ਕਜੇ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਾਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੇ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ आप लिहो तुम कथा सुधारी हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा पीते केतक दिवस जब कारा गृह के माहे सर्ब रीत ते कठिनता करह तुरक बदराहे। वाहिगुरु जी का खालसा वाहिगुरु जी की फतेह। ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਛੋੜੀਏ। ਸਤਿਗੁਰੂ ਪਾਤਸ਼ਾਹ ਜੀ ਨੂੰ ਦਿੱਲੀ ਦੇ ਕੈਦਖਾਨੇ ਵਿੱਚ ਬਾਦਸ਼ਾਹ ਔਰੰਗਜ਼ੇਬ ਉਸ ਦੇ ਬਹੁਤ ਸਾਰੇ ਦੁਸ਼ਟ ਕਾਜੀ ਮੁਲਾਣੇ ਅਨੇਕਾਂ ਪ੍ਰਕਾਰ ਦੇ ਦੁੱਖ ਤਸੀਹੇ ਦੇ ਰਹੇ ਨੇ ਔਰ ਆਪਣੀ ਈਨ ਮਨਾਉਣ ਵਾਸਤੇ ਆਪਣੀਆਂ ਸ਼ਰਤਾਂ ਮਨਾਉਣ ਵਾਸਤੇ ਬਾਰ-ਬਾਰ ਕਹਿ ਰਹੇ ਨੇ। ਸਤਿਗੁਰੂ ਅਡੋਲ ਹਨ। ਆਓ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਪਿਆਰ ਸਹਿਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੀਤੇ ਕੇਤਕ ਦਿਵਸ ਜਬ ਜਦੋਂ ਇਸ ਤਰ੍ਹਾਂ ਕਈ ਦਿਨ ਬੀਤ ਗਏ ਕਾਰਾ ਗ੍ਰਹਿ ਕੇ ਮਾਹੇ ਦਿੱਲੀ ਦੀ ਕੈਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਸਰਬ ਰੀਤ ਤੇ ਕਠਿਨਤਾ ਹਰ ਤਰ੍ਹਾਂ ਦੀ ਕਠਿਨਾਈ ਹਰ ਤਰ੍ਹਾਂ ਦੀ ਔਕੜ ਹਰ ਤਰ੍ਹਾਂ ਦਾ ਦੁੱਖ ਤਸੀਹਾ ਗੁਰੂ ਸਾਹਿਬ ਜੀ ਨੂੰ ਦਿੱਤਾ ਜਾ ਰਿਹਾ ਹੈ। ਕਰਹ ਤੁਰਕ ਬਦਰਾਹੇ ਜਿਹੜੇ ਤੁਰਕ ਹਮੇਸ਼ਾ ਹੀ ਬਦਰਾਹ ਤੁਰਨ ਵਾਲੇ ਹਨ, ਪੁੱਠੇ ਦਿਮਾਗ ਵਾਲੇ ਹਨ, ਇਹ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਕਰਿੰਦੇ ਕਾਜੀ ਮੁਲਾਣੇ ਗੁਰੂ ਸਾਹਿਬ ਨਾਲ ਬੜੀ ਭਾਰੀ ਈਰਖਾ ਕਰਦੇ ਹਨ। ਪੁਨਹ ਮੁਲਾਣੇ ਕਾਜੀ ਔਰ ਫਿਰ ਉਹਦੇ ਕਾਜੀ ਮੁਲਾਣੇ ਵੀ ਜਿਹੜੇ ਹਨ ਇਕੱਠੇ ਹੋ ਕਰਕੇ ਮਿਲ ਮਸਲਤ ਕੀ ਨਸ ਇਕਠਾਰ ਸਾਰੇ ਇੱਕ ਥਾਂ ਤੇ ਇਕੱਠੇ ਹੋਏ ਤੇ ਆਪਸ ਵਿੱਚ ਇਹਨਾਂ ਕਾਜੀਆਂ ਮੁਲਾਣਿਆਂ ਨੇ ਸਲਾਹ ਕੀਤੀ ਹੈ। ਹਿੰਦੂਆਂ ਗੁਰੂ ਕਹਿਓ ਦ੍ਰਿੜ ਸ਼ਾਹੋ ਕਹਿੰਦੇ ਹਿੰਦੂਆਂ ਦਾ ਗੁਰੂ ਤੇਗ ਬਹਾਦਰ ਬਾਦਸ਼ਾਹ ਨੇ ਪਕੜ ਲਿਆ ਹੈ। ਕਰਿਓ ਕੈਦ ਬਹੁ ਸੰਕਟ ਮਾਹੋ ਔਰ ਗੁਰੂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਹੈ। ਬੜੇ ਭਾਰੀ ਸੰਕਟ ਭੋਗ ਰਿਹਾ ਹੈ। ਗੁਰੂ ਬੜੇ ਕਸ਼ਟ ਵਿੱਚ ਹੈ। ਕਿਤਨੇ ਦਿਵਸ ਸੋ ਬੀਤ ਗਏ ਹਨ ਪਰ ਇੰਨੇ ਦਿਨ ਬੀਤ ਗਏ ਨੇ ਗੁਰੂ ਆਪਣੇ ਹੱਥ ਤੋਂ ਟਸ ਤੋਂ ਮਸ ਨਹੀਂ ਹੋਇਆ। ਗੁਰੂ ਵਿੱਚ ਕੋਈ ਫਰਕ ਨਹੀਂ ਪਿਆ। ਗੁਰੂ ਦਾ ਇਰਾਦਾ ਗੁਰੂ ਦਾ ਜਿਹੜਾ ਨਿਸ਼ਚਾ ਹੈ ਉਹ ਡੋਲਿਆ ਨਹੀਂ। ਤਾੜਨ ਅਨੇਕ ਪ੍ਰਕਾਰ ਕੀਏ ਹਨ ਅਨੇਕਾਂ ਤਰ੍ਹਾਂ ਦੀ ਤਾੜਨਾ ਵੀ ਦਿੱਤੀ ਹੈ, ਡਰ ਵੀ ਦਿੱਤੇ ਹਨ, ਤਸੀਹੇ ਵੀ ਦਿੱਤੇ ਹਨ, ਭੁੱਖਾ ਪਿਆਸਾ ਵੀ ਗੁਰੂ ਨੂੰ ਰੱਖਿਆ ਹੈ।
ਪਰ ਗੁਰੂ ਕਿਸੇ ਦੀ ਈਨ ਮੰਨ ਕੇ ਰਾਜੀ ਨਹੀਂ ਹੈ। ਰੰਚਕ ਹਠ ਨਹਿ ਤਿਆਗਨ ਕੀਨਸ, ਆਪਣਾ ਹੱਠ ਆਪਣੀ ਜਿੱਦ ਰੰਚਕ ਮਾਤਰ ਵੀ ਗੁਰੂ ਨੇ ਛੱਡੀ ਨਹੀਂ। ਬਦਿਆ ਪ੍ਰਥਮ ਤੇ ਦ੍ਰਿੜਤਾ ਲੀਨਸ, ਪਹਿਲੇ ਨਾਲੋਂ ਗੁਰੂ ਹੋਰ ਜ਼ਿਆਦਾ ਦ੍ਰਿੜ ਹੋਈ ਜਾਂਦਾ ਹੈ, ਹੋਰ ਪੱਕਾ ਹੋਈ ਜਾਂਦਾ ਹੈ। ਜਿਉਂ-ਜਿਉਂ ਗੁਰੂ ਨੂੰ ਦੁੱਖ ਤਸੀਹੇ ਮਿਲਦੇ ਹਨ, ਤਿਉਂ-ਤਿਉਂ ਗੁਰੂ ਦਾ ਨਿਸ਼ਚਾ ਅਡੋਲ ਹੁੰਦਾ ਜਾ ਰਿਹਾ ਹੈ। ਅਨੇਕ ਉਪਾਏ ਕੀਏ ਬਹੁ ਰੋਕਾ, ਅਨੇਕਾਂ ਉਪਾਅ ਕੀਤੇ ਨੇ, ਅਨੇਕਾਂ ਪ੍ਰਕਾਰ ਦੀਆਂ ਰੁਕਾਵਟਾਂ ਪਾਈਆਂ ਹਨ, ਇਕ ਸਮ ਮੁਖ ਤਿਨ ਕੋ ਅਵਲੋਕਾ। ਪਰ ਪਰ ਗੁਰੂ ਦੇ ਚਿਹਰੇ ਦੀ ਸ਼ਾਂਤੀ ਭੰਗ ਨਹੀਂ ਹੋਈ। ਗੁਰੂ ਦੇ ਚਿਹਰੇ ਦਾ ਆਨੰਦ, ਗੁਰੂ ਦੇ ਚਿਹਰੇ ਉੱਤੇ ਜੋ ਅਡੋਲਤਾ ਹੈ, ਜੋ ਗੁਰੂ ਦੇ ਚਿਹਰੇ ਉੱਤੇ ਨਿਰਭੈਤਾ ਹੈ, ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਨਹੀਂ ਤਰਾਸ ਤੇ ਦੇਖਿਓ ਦੀਨ, ਕਦੀ ਵੀ ਗੁਰੂ ਦੇ ਚਿਹਰੇ ਤੇ ਡਰ ਦਾ ਸਿਕਣ ਕੋਈ ਨਿਸ਼ਾਨੀ ਨਹੀਂ ਦੇਖੀ ਗਈ। ਕਿਸੇ ਤਰ੍ਹਾਂ ਵੀ ਗੁਰੂ ਘਾਬਰਿਆ ਨਹੀਂ, ਬਦਨ ਪ੍ਰਕਾਸ਼ ਪ੍ਰਸੰਨਤਾ ਲੀਨ। ਔਰ ਹਮੇਸ਼ਾ ਗੁਰੂ ਦਾ ਚਿਹਰਾ ਖਿੜਿਆ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ। ਨਹੀਂ ਸ਼ਰਮਹ ਆਵਨ ਮਨ ਹੈ, ਔਰ ਗੁਰੂ ਸਾਡੀ ਸ਼ਰ੍ਹਾ ਵਿੱਚ ਆਉਣਾ ਮੰਨਦਾ ਨਹੀਂ, ਦੀਨ ਇਸਲਾਮ ਦੀ ਸ਼ਰ੍ਹਾ ਨੂੰ ਕਬੂਲ ਕਰਨ ਲਈ ਰਾਜੀ ਨਹੀਂ ਹੈ। ਕਹਿਓ ਸ਼ਾਹ ਕੋ ਰਿਦਨ ਅਨ ਹੈ, ਬਾਦਸ਼ਾਹ ਦਾ ਕਿਹਾ ਹੋਇਆ ਆਪਣੇ ਹਿਰਦੇ ਵਿੱਚ ਨਹੀਂ ਲਿਆਉਂਦਾ। ਬਾਦਸ਼ਾਹ ਬੜੀਆਂ ਹੀ ਸ਼ਰਤਾਂ ਲਾ ਰਿਹਾ ਹੈ, ਗੁਰੂ ਵਾਸਤੇ ਸਾਰੀਆਂ ਸਹੂਲਤਾਂ ਵੀ ਦੇ ਰਿਹਾ ਹੈ, ਪਰ ਗੁਰੂ ਕਿਸੇ ਵੀ ਸਹੂਲਤ ਨੂੰ ਪ੍ਰਵਾਨ ਨਹੀਂ ਕਰਦਾ। ਆਪਨ ਆਪ ਕੋ ਲਖਹ ਵਡੇਰਾ, ਗੁਰੂ ਆਪਣੇ ਧਰਮ ਨੂੰ ਵੱਡਾ ਸਮਝਦਾ ਹੈ, ਆਪਣੇ ਆਪ ਨੂੰ ਬੜਾ ਸੁੱਚਾ ਤੇ ਪਵਿੱਤਰ ਸਮਝਦਾ ਹੈ। ਇਹ ਗੁਰੂ ਹਿੰਦੂ ਧਰਮ ਦੇ ਲੋਕਾਂ ਨੂੰ ਪ੍ਰੇਰਣਾ ਸਰੋਤ ਹੈ। ਜੇ ਇਹ ਮੁਸਲਮਾਨ ਬਣਦਾ ਹੈ ਤੇ ਸਾਰਾ ਇਸ ਹਿੰਦੁਸਤਾਨ ਹੀ ਮੁਸਲਮਾਨ ਬਣ ਜਾਵੇਗਾ। ਕਰਹ ਤਰਕ ਤੁਰਕਨ ਮਤ ਜੇਰਾ, ਇਹ ਗੁਰੂ ਜਿਹੜਾ ਹੈ, ਇਹ ਆਪਣੇ ਧਰਮ ਨੂੰ ਵੱਡਾ ਸਮਝਦਾ ਹੈ ਤੇ ਸਾਡੇ ਇਸਲਾਮ ਉੱਤੇ ਤਰਕਾਂ ਕਰਦਾ ਹੈ। ਗੁਰੂ ਸਾਹਿਬ ਭਾਵੇਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਆਪਣੇ ਧਰਮ ਵਿੱਚ ਆਜ਼ਾਦ ਰਹਿਣ ਦੀ ਗੁਰੂ ਸਾਹਿਬ ਹਰ ਇੱਕ ਇਨਸਾਨ ਨੂੰ ਖੁੱਲ੍ਹ ਦਿੰਦੇ ਆ। ਕਾਜੀ ਮੁਲਾਣੇ ਇਸ ਗੱਲ ਨੂੰ ਸਮਝਦੇ ਨਹੀਂ। ਉਹ ਇਹ ਸਮਝਦੇ ਆ ਵੀ ਗੁਰੂ ਸਾਹਿਬ ਸਾਡੇ ਇਸਲਾਮ ਨੂੰ ਮਾੜਾ ਸਮਝਦੇ ਆ, ਤਾਂ ਸਾਡੇ ਧਰਮ ਵਿੱਚ ਨਹੀਂ ਆਉਂਦੇ। ਅਬ ਚਲ ਪਾਤਸ਼ਾਹ ਸਮਝਾਵੋ, ਕਹਿੰਦੇ ਆਪਾਂ ਹੁਣ ਇਕੱਠੇ ਹੋ ਕੇ ਚੱਲੀਏ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਸਮਝਾਈਏ ਆਪਣੋ ਖਾਣਾ ਤਿਸੇ ਖਵਾਵੋ, ਕਿ ਬਾਦਸ਼ਾਹ ਸਲਾਮਤ, ਜੇ ਗੁਰੂ ਨੂੰ ਆਪਣੇ ਧਰਮ ਵਿੱਚ ਲਿਆਣਾ ਹੈ, ਗੁਰੂ ਦਾ ਖਿਆਲ, ਗੁਰੂ ਦੇ ਵਿਚਾਰ ਬਦਲਨੇ ਆ, ਤਾਂ ਤੁਸੀਂ ਉਹਨੂੰ ਆਪਣਾ ਖਾਣਾ ਖਵਾਓ। ਜਦੋਂ ਗੁਰੂ ਸਾਡਾ ਖਾਣਾ ਖਾ ਲੇਗਾ, ਸਾਡੀ ਸ਼ਰ੍ਹਾ ਦੇ ਮੁਤਾਬਕ ਬਣੀ ਹੋਈ ਰੋਟੀ ਖਾ ਲੇਗਾ, ਤਾਂ ਉਹ ਆਪੇ ਹੀ ਮੁਸਲਮਾਨਾਂ ਦੇ ਵੱਲ ਆਕਰਸ਼ਿਤ ਹੋਵੇਗਾ, ਇਸਲਾਮ ਨੂੰ ਕਬੂਲ ਕਰੇਗਾ। ਅਸ ਮਸਲਤ ਕਰ ਗਮਨੇ ਸੋਏ, ਇਦਾਂ ਦੀ ਸਲਾਹ ਕਰਕੇ ਸਾਰੇ ਕਾਜੀ ਮੁਲਾਣੇ ਬਾਦਸ਼ਾਹ ਦੇ ਕੋਲ ਗਏ ਹਨ। ਕਚਰ ਸ਼ਰਾ ਕੇ ਬੰਦੇ ਜੋਏ, ਜਿਹੜੇ ਸ਼ਰ੍ਹਾ ਦੀ ਕੈਦ ਵਿੱਚ ਬੰਨੇ ਹੋਏ ਨੇ, ਜਿਨ੍ਹਾਂ ਨੂੰ ਸ਼ਰ੍ਹਾ ਤੋਂ ਪਰੇ ਕੁਝ ਦਿਸਦਾ ਹੀ ਨਹੀਂ। ਹਿੰਦੂ ਅੰਨਾ, ਤੁਰਕੂ ਕਾਣਾ, ਦੁਹਾਂ ਤੇ ਗਿਆਨੀ ਸਿਆਣਾ। ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਨੇ ਬਚਨ ਇਸ ਕਰਕੇ ਲਿਖੇ ਹਨ ਕਿ ਜਿਹੜੇ ਤੁਰਕ ਹਨ, ਉਹ ਆਪਣੇ ਪਾਸੇ ਹੀ ਦੇਖਦੇ, ਦੂਜੇ ਪਾਸੇ ਨਹੀਂ ਦੇਖਦੇ। ਇੱਕ ਅੱਖ ਵਾਲੇ ਨੂੰ ਇੱਕ ਪਾਸੇ ਦਿਸਦਾ, ਦੂਜੇ ਪਾਸੇ ਦਿਸਦਾ ਨਹੀਂ। ਇਹਨਾਂ ਦੀ, ਤੁਰਕਾਂ ਦੀ ਇੱਕ ਅੱਖ ਹੈ, ਇਸਲਾਮ ਨੂੰ ਤਾਂ ਦੇਖਦੇ ਨੇ, ਆਪਣੇ ਪੱਖ ਦਾ ਤਾਂ ਖਿਆਲ ਰੱਖਦੇ ਨੇ, ਪਰ ਦੂਜੇ ਧਰਮ ਨੂੰ ਉਧਰ ਨਹੀਂ ਦੇਖਦੇ, ਉਹਦਾ ਮਾੜਾ ਹੀ ਸੋਚਦੇ ਨੇ, ਬੁਰਾ ਹੀ ਸੋਚਦੇ ਨੇ। ਸਾਥ ਅਦਾਇਬ ਕਰਨਸ਼ ਕਰਕੇ, ਜਾ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਇਕੱਠੇ ਹੋ ਕੇ ਬਾਦਸ਼ਾਹ ਨੂੰ ਸਲਾਮਾਂ ਕਰਨ ਲੱਗੇ। ਬਾਰ ਬਾਰ ਤਸਲੀਮ ਸਤਰ ਕੇ, ਬਾਦਸ਼ਾਹ ਨੂੰ ਬਾਰ-ਬਾਰ ਤਸਲੀਮਾਤ ਕੀਤਾ, ਇਹਨਾਂ ਨੇ ਸਲਾਮ ਕੀਤੀ ਹੈ। ਪਹੁੰਚ ਸ਼ਾਹ ਟਿਕ ਬੁੱਧ ਸਮਝਾਈ, ਬਾਦਸ਼ਾਹ ਨੂੰ ਮੱਤ ਦੇਣ ਲੱਗੇ ਹਨ। ਬਨਹ ਤਰਕ ਇੱਕ ਅਪਰ ਉਪਾਈ, ਇਹ ਬਾਦਸ਼ਾਹ ਸਲਾਮਤ, ਗੁਰੂ ਤੇਗ ਬਹਾਦਰ ਮੁਸਲਮਾਨ ਬਣ ਸਕਦਾ ਹੈ। ਇੱਕ ਉਪਾਅ ਅਸੀਂ ਤੁਹਾਨੂੰ ਦੱਸਦੇ ਹਾਂ, ਜੇ ਤੁਸੀਂ ਉਹ ਉਪਾਅ ਕਰ ਲਓ ਤਾਂ ਕੋਈ ਦੇਰੀ ਨਹੀਂ ਲੱਗੇਗੀ, ਗੁਰੂ ਮੁਸਲਮਾਨ ਬਣ ਜਾਵੇਗਾ। ਬਹੁਤ ਦਿਨ ਬਿਨਾ ਆਹਾਰ ਬਿਤਾਏ, ਕਿਉਂਕਿ ਕਈ ਦਿਨ ਹੋ ਗਏ ਨੇ ਗੁਰੂ ਨੇ ਰੋਟੀ ਨਹੀਂ ਖਾਧੀ, ਗੁਰੂ ਨੇ ਪਾਣੀ ਨਹੀਂ ਪੀਤਾ, ਕਿਉਂਕਿ ਗੁਰੂ ਸਾਡਾ ਖਾਣਾ ਖਾਂਦਾ ਨਹੀਂ ਹੈ ਤੇ ਆਪਣਾ ਅਸੀਂ ਉਹਨੂੰ ਬਣਾਉਣ ਨਹੀਂ ਦਿੰਦੇ ਜੇਲ੍ਹ ਵਿੱਚ, ਇਸ ਕਰਕੇ ਗੁਰੂ ਭੁੱਖਾ ਬੈਠਾ ਹੈ। ਅਦਿਕ ਸ਼ਦਾ ਤੁਰ ਭਾਦ ਖਪਾਏ, ਤੇ ਭੁੱਖ ਨਾਲ ਹਰ ਬੰਦਾ ਜਿਹੜਾ ਝੁਕ ਜਾਂਦਾ ਹੈ। ਗੁਰੂ ਨੂੰ ਬਹੁਤ ਭੁੱਖ ਲੱਗੀ ਹੋਣੀ ਹੈ। ਕੁੱਠਿਓ ਮਾਸ ਆਪ ਮੰਗਵਾਓ, ਤੁਸੀਂ ਕੁੱਠਿਆ ਹੋਇਆ ਮਾਸ, ਹਲਾਲੀ ਦਾ ਮਾਸ, ਮੁਸਲਮਾਨੀ ਸ਼ਰ੍ਹਾ ਦੇ ਮੁਤਾਬਕ ਜਿਹੜਾ ਕਲਮਾ ਪੜ੍ਹ ਕੇ
ਕਿਸੇ ਜੀਵ ਨੂੰ ਕੋਹ ਕੇ ਮਾਰਦੇ ਉਹਨੂੰ ਕੁੱਠਾ ਕਹਿੰਦੇ ਖਾਲਸੇ ਦੀ ਬੋਲੀ ਵਿੱਚ। ਸੋ ਕੁੱਠਾ ਮਾਸ ਮੰਗਾਓ, ਡਾਰ ਮਸਾਲੇ ਲਵਨ ਰਜਾਓ, ਮਸਾਲੇ ਪਾ ਕੇ ਲੂਣ ਪਾ ਕੇ ਵਧੀਆ ਮਾਸ ਤਿਆਰ ਕਰੋ ਗਊ ਦਾ। ਕਰਕੇ ਤਿਆਰ ਦੇਗਚੇ ਮਾਹੀ, ਉਹ ਕੁੱਠਿਆ ਹੋਇਆ ਮਾਸ, ਹਲਾਲੀ ਦਾ ਮਾਸ ਦੇਗਚੇ 'ਚ ਤਿਆਰ ਕਰਕੇ ਪਾਸ ਲਜਾਏ ਖਲਾਵਹ ਤਾਹੀ, ਗੁਰੂ ਦੇ ਕੋਲ ਲੈ ਜਾਓ ਤੇ ਗੁਰੂ ਨੂੰ ਆਪਣਾ ਹਲਾਲ ਦਾ ਮਾਸ ਖਵਾਓ। ਜਬ ਖਾਣਾ ਤੁਮ ਰੋਲੇ ਖਾਏ, ਇਹ ਬਾਦਸ਼ਾਹ ਜਦੋਂ ਉਹ ਤੁਹਾਡਾ ਖਾਣਾ ਖਾ ਲੇਗਾ, ਭਾਵ ਇਸਲਾਮ ਦੀ ਸ਼ਰ੍ਹਾ ਦੇ ਮੁਤਾਬਕ ਜੀਵ ਦਾ ਜਿਹੜਾ ਕਿਸੇ ਵੀ ਜਾਨਵਰ ਨੂੰ ਮਾਰਦੇ ਨੇ, ਪਹਿਲਾਂ ਕਲਮਾ ਪੜ੍ਹਦੇ ਨੇ, ਫਿਰ ਹੌਲੇ ਹੌਲੇ ਉਹਦੀ ਗਰਦਨ ਤੇ ਛੁਰੀ ਚਲਾਉਂਦੇ ਨੇ, ਤੇ ਉਹ ਫਿਰ ਮਾਸ ਜਿਹੜਾ ਹੈ ਕੁੱਠਿਆ ਹੋਇਆ ਬੱਕਰਾ ਹੋਵੇ, ਗਊ ਹੋਵੇ, ਊਂਠ ਹੋਵੇ, ਕੋਈ ਵੀ ਜਾਨਵਰ ਹੋਵੇ, ਉਹਦਾ ਮਾਸ ਫਿਰ ਇਹ ਖਾਂਦੇ ਨੇ। ਸੋ ਕੁੱਠਾ ਮਾਸ, ਹਲਾਲੀ ਦਾ ਮਾਸ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਖਵਾਈਏ। ਤਬ ਹੁਣ ਤੁਰਕ ਆਪ ਬਨ ਜਾਏ, ਜਦੋਂ ਸਾਡੀ ਸ਼ਰ੍ਹਾ ਦੇ ਮੁਤਾਬਕ ਬਣਿਆ ਹਲਾਲੀ ਦਾ ਮੀਟ ਗੁਰੂ ਸਾਹਿਬ ਖਾਣਗੇ, ਮਾਸ ਖਾਣਗੇ, ਆਪੇ ਹੀ ਮੁਸਲਮਾਨ ਬਣ ਜਾਣਗੇ, ਉਹ ਆਪੇ ਹੀ ਸਾਡੀ ਸ਼ਰ੍ਹਾ ਨੂੰ ਕਬੂਲ ਕਰ ਲੈਣਗੇ। ਬਹੁਤ ਪ੍ਰਬੋਧਹ ਨਰ ਸਮਝਾਏ, ਫਿਰ ਉਹਨੂੰ ਅਸੀਂ ਸਮਝਾਵਾਂਗੇ ਵੀ ਮਾਸ ਤਾਂ ਤੁਸੀਂ ਸਾਡਾ ਖਾ ਹੀ ਲਿਆ, ਖਾਣਾ ਤਾਂ ਤੁਸੀਂ ਖਾ ਲਿਆ, ਹੁਣ ਕਿਉਂ ਜਿੱਦ ਕਰਦੇ ਹੋ? ਕਲਮਾ ਵੀ ਪੜ੍ਹ ਲਓ ਤੇ ਤੁਸੀਂ ਮੁਸਲਮਾਨ ਬਣ ਜਾਓ। ਲਾਲਚ ਸਭ ਤੇ ਅਧਿਕ ਦਿਖਾਏ, ਔਰ ਗੁਰੂ ਨੂੰ ਵੱਧ ਤੋਂ ਵੱਧ ਲਾਲਚ ਦਿਓ, ਜਿੰਨਾ ਵੀ ਲਾਲਚ ਦਿੱਤਾ ਜਾ ਸਕਦਾ ਉਹ ਦਿਖਾਓ। ਸਭ ਹਨ ਕੇ ਤੁਮ ਪੀਰ ਬਨ ਹੋਗੇ, ਉਹਨਾਂ ਨੂੰ ਇਹ ਆਖੀਏ ਵੀ ਜੇ ਤੁਸੀਂ ਗੁਰੂ ਜੀ ਮੁਸਲਮਾਨ ਬਣ ਜਾਓਗੇ ਨਾ, ਅਸੀਂ ਸਾਰੇ ਮੁਸਲਮਾਨ ਤੁਹਾਨੂੰ ਆਪਣਾ ਪੀਰ ਮੰਨਾਂਗੇ। ਤਿਮ ਕਰ ਹੈ ਜਿਮ ਆਪ ਬਨ ਹੋਗੇ, ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਕਰਾਂਗੇ। ਇਤਿਆਦਿਕ ਕਹਿ ਅਨੇਕ ਪ੍ਰਕਾਰੇ, ਇਸ ਤਰ੍ਹਾਂ ਦੀਆਂ ਮਿੱਠੀਆਂ ਗੱਲਾਂ ਵੀ ਕਰੀਏ, ਲਾਲਚ ਵੀ ਦਈਏ, ਡਰਾਵਾ ਵੀ ਦਈਏ, ਤੇ ਆਪਣਾ ਖਾਣਾ ਵੀ, ਹਲਾਲੀ ਦਾ ਮਾਸ ਵੀ ਗੁਰੂ ਨੂੰ ਖਵਾਈਏ। ਦੋਇ ਤਰਾ ਚਲ ਉਮਰਾਵਤ ਮਾਰੇ, 2-3 ਬਾਦਸ਼ਾਹ ਤੁਹਾਡੇ ਵੱਡੇ ਅਫਸਰ ਵੀ ਜਾਣ ਖਾਣਾ ਲੈ ਕੇ, ਨਾਲ ਤਾਂ ਗੁਰੂ ਨੂੰ ਖਾਣਾ ਖਵਾਉਣ ਤੇ ਨਾਲੇ ਆਪਣੀਆਂ ਗੱਲਾਂ 'ਚ ਪਾ ਕੇ ਗੁਰੂ ਕੋਲੋਂ ਹਾਂ ਕਰਾ ਲਈਏ। ਸਮਝਾਵਹ ਦੇ ਬਹੁ ਵਡਿਆਈ, ਗੁਰੂ ਨੂੰ ਸਮਝਾਈਏ, ਵਡਿਆਈ ਦਈਏ, ਲਾਲਚ ਦਈਏ। ਸਾਮ ਦਾਮ ਤੇ ਰਚਹ ਉਪਾਈ, ਸ਼ਾਮ ਦਾਮ ਦੰਡ ਭੇਦ, ਇਹ ਰਾਜਨੀਤੀ ਦੇ 4 ਅੰਗ ਹੁੰਦੇ ਆ। ਸ਼ਾਮ ਹੁੰਦਾ ਕਿਸੇ ਦੀ ਸ਼ਰਨ ਪੈ ਜਾਣਾ, ਜੇ ਅਗਲਾ ਤਗੜਾ ਹੋਵੇ ਹੱਥ ਜੋੜ ਕੇ ਉਹਦੇ ਪੈਰੀ ਪੈ ਜਾਓ, ਉਹਨੂੰ ਮਿੰਨਤਾਂ ਤਰਲੇ ਕਰ ਲਓ, ਆਪਣੀ ਗੱਲ ਮਨਾ ਲਓ, ਇਹਨੂੰ ਕਹਿੰਦੇ ਸ਼ਾਮ। ਦਾਮ ਹੁੰਦਾ ਪੈਸੇ ਦੇ ਕੇ, ਰੁਪਈਏ ਦੇ ਕੇ, ਲਾਲਚ ਦੇ ਕੇ ਅਗਲੇ ਨੂੰ ਆਪਣੀ ਗੱਲ ਮਨਾ ਲਓ। ਜਿਮ ਕਿਮ ਕਰਹੁ ਅਚਾਵਚ ਬਾਤ, ਜਿਵੇਂ ਵੀ ਹੋਵੇ ਗੁਰੂ ਨੂੰ ਜਾਇਜ਼ ਨਜਾਇਜ਼ ਤਰੀਕੇ ਨਾਲ ਮੁਸਲਮਾਨ ਬਣਾਉਣਾ ਆਪਾਂ, ਕਿਉਂਕਿ ਗੁਰੂ ਤੇਗ ਬਹਾਦਰ ਦੇ ਮੁਸਲਮਾਨ ਬਣਨ ਨਾਲ ਹਿੰਦੁਸਤਾਨ ਸਾਰਾ ਹੀ ਮੁਸਲਮਾਨ ਬਣੇਗਾ। ਅਨਹ ਸ਼ਰਾ ਬੀਚ ਬਖਿਆਤ, ਔਰ ਇਹ ਗੱਲ ਜਿਹੜੀ ਹੈ ਸਾਡੇ ਫਾਇਦੇ ਦੀ ਹੋਵੇਗੀ ਵੀ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਗੁਰੂ ਤੇਗ ਬਹਾਦਰ, ਜੋ ਸਾਰੇ ਹਿੰਦੁਸਤਾਨ ਵਿੱਚ ਗੁਰੂ ਕਰਕੇ ਜਾਣਿਆ ਜਾਂਦਾ ਹੈ, ਜੇ ਉਹ ਸ਼ਰ੍ਹਾ ਵਿੱਚ ਆ ਗਿਆ ਤਾਂ ਬਾਕੀ ਲੋਕ ਵੀ ਸ਼ਰ੍ਹਾ ਵਿੱਚ ਆ ਜਾਣਗੇ। ਇਮਸਨ ਮਸਲਤ ਮਾਨੀ ਸ਼ਾਹੂ, ਇਸ ਤਰ੍ਹਾਂ ਦੀ ਗੱਲ ਜਦੋਂ ਬਾਦਸ਼ਾਹ ਨੂੰ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਸਿਖਾਈ, ਇਹ ਪੁੱਠੀ ਸਿੱਖਿਆ ਬਾਦਸ਼ਾਹ ਬੜੀ ਛੇਤੀ ਸਿੱਖ ਲੈਂਦਾ ਸੀ, ਚੰਗੀ ਗੱਲ ਨਹੀਂ ਸੀ ਸਿੱਖਦਾ, ਮਾੜੀ ਜਿਹੜੀ ਸੀ ਉਹਨੂੰ ਫਟਾਫਟ ਗ੍ਰਹਿਣ ਕਰਦਾ ਸੀ, ਉਸੇ ਵੇਲੇ ਮੰਨ ਗਿਆ। ਮਹਾ ਦੁਸ਼ਟ ਚਾਲਸ ਬਦਰਾਹੂ, ਜਿਹੜਾ ਹਮੇਸ਼ਾ ਪੁੱਠੇ ਰਾਹ ਤੇ ਤੁਰਨ ਵਾਲਾ ਸੀ, ਮਹਾ ਦੁਸ਼ਟ ਪਾਪੀ ਔਰੰਗਜ਼ੇਬ, ਆਪਨ ਖਾਨ ਕੋ ਖਾਣਾ ਤਿਆਰ, ਇਹਨੇ ਆਪਣੇ ਬਾਵਰਚੀ ਜਿਹੜੇ ਖਾਸ ਸ਼ਾਹੀ ਖਾਣਾ ਤਿਆਰ ਕਰਦੇ ਸੀ, ਜਿੱਥੇ ਬਾਦਸ਼ਾਹ ਦੀ ਰੋਟੀ ਪੱਕਦੀ ਸੀ ਰਸੋਈ ਦੇ ਵਿੱਚ, ਕਰਵਾਏ ਉਸਮਤ ਮੰਦ ਗਵਾਰ, ਉਹਨਾਂ ਨੂੰ ਕਿਹਾ ਵੀ ਤੁਸੀਂ ਬਹੁਤ ਵਧੀਆ ਮਾਸ ਮਸਾਲੇ ਬਣਾ ਪਾ ਕੇ ਤਿਆਰ ਕਰੋ, ਦੁਆ ਉਮਰਾਵ ਲਿਏ ਨਿਜ ਸਾਥ, ਤੇ 2 ਉਮਰਾਵ ਵੀ ਨਾਲ ਭੇਜੇ ਹਨ ਖਾਣਾ ਤਿਆਰ ਕਰਕੇ। ਗਮਨੇ ਖਾਣਾ ਧਰ ਕਰ ਹਾਥ, ਸਾਧ ਸੰਗਤ ਜੀ, ਇਹਨਾਂ ਨੇ ਬਹੁਤ ਮਸਾਲੇ ਪਾ ਕੇ ਕਈ ਤਰ੍ਹਾਂ ਦਾ ਹਲਾਲੀ ਦਾ ਮਾਸ ਤਿਆਰ ਕੀਤਾ, ਨਾਲ ਰੋਟੀਆਂ ਵਗੈਰਾ ਹੋਰ ਕਈ ਖਾਣੇ ਲਏ, ਤੇ ਉਹ ਤਾਜ਼ਾ ਖਾਣਾ ਲੈ ਕੇ ਦੇਗਚੇ ਦੇ ਵਿੱਚ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੰਦ ਕੀਤੇ ਹੋਏ ਸਨ ਜੇਲ੍ਹ ਦੇ ਵਿੱਚ, ਕੋਤਵਾਲੀ ਦੇ ਵਿੱਚ, ਉੱਥੇ ਚਲੇ ਗਏ। ਕਾਰਾ ਗ੍ਰਹਿ ਮਹਿ ਚਲ ਕਰ ਗਏ, ਜੇਲ੍ਹ ਦੇ ਵਿੱਚ ਜਾ ਪਹੁੰਚੇ ਹਨ ਬਾਦਸ਼ਾਹ ਦੇ 2 ਵੱਡੇ ਅਫਸਰ ਤੇ ਨਾਲ ਉਹਨਾਂ ਦੇ ਬਾਵਰਚੀ। ਮਾਨਖ ਦਸਕ ਸੰਗ ਮੈਂ ਥੇ, 10 ਬੰਦੇ ਹੋਣਗੇ ਸਾਰੇ, ਜਿਹੜੇ ਇਹ ਖਾਣਾ ਲੈ ਕੇ ਜੇਲ੍ਹ ਵਿੱਚ ਪਹੁੰਚੇ ਹਨ। ਜਹ ਬੈਠੇ ਤੁਰਕਨ ਜਰ ਨਾਸਕ, ਜਿੱਥੇ ਤੁਰਕਾਂ ਦੀ ਜੜ ਪੁੱਟਣ ਵਾਲੇ, ਮੁਗਲਾਂ ਦਾ ਰਾਜ ਖਤਮ ਕਰਨ ਵਾਲੇ
ਧਰਮ ਦੇ ਰਾਖੇ ਧਰਮ ਦੀ ਤੁਜਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਹੋਏ ਸਨ। ਰਛਕ ਹਿੰਦੂਆਂ ਕੇਰ ਪ੍ਰਕਾਸ਼ਕ, ਜਿਹੜੇ ਹਿੰਦੂ ਧਰਮ ਦੇ ਰਾਖੇ ਸਨ, ਜਿਨ੍ਹਾਂ ਦੇ ਬਲੀਦਾਨ ਨਾਲ, ਜਿਨ੍ਹਾਂ ਦੀ ਸ਼ਹਾਦਤ ਨਾਲ ਹਿੰਦੂ ਧਰਮ ਸੰਸਾਰ ਵਿੱਚ ਕਾਇਮ ਰਹਿਣਾ ਸੀ, ਉਹ ਸਤਿਗੁਰੂ ਬੈਠੇ ਹੋਏ ਸਨ। ਐਸੀ ਹੇਤ ਤਨ ਧਰ ਪਰ ਛੋਰਨ, ਇਸੇ ਕੰਮ ਕਰਕੇ ਆਪਣਾ ਸਰੀਰ ਬਲੀਦਾਨ ਦੇਣਾ ਹੈ, ਆਪਣੇ ਸੀਸ ਦਾ ਬਲੀਦਾਨ ਦੇਣਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਐਡਾ ਵੱਡਾ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਕਾ ਕਰਨ ਲਈ ਇਹ ਕੌਤਕ ਰਚਾਇਆ ਸੀ। ਤੁਰਕਨ ਕੇਸਰ ਠੀਕ ਕਰ ਫੋਰਨ, ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਭੰਨਣਾ ਸੀ। ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁਆਨ। ਉਹ ਜਿਹੜਾ ਮਹਾਰਾਜ ਨੇ ਮਹਾਨ ਸਾਕਾ ਕਰਨਾ ਸੀ। ਰਾਜ ਤੇਜ ਅਤਸ਼ਾ ਵੱਡ ਜੋਈ, ਤੁਰਕਾਂ ਦਾ ਰਾਜ ਤੇਜ ਜਿਹੜਾ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਸੀ। ਜਿਨ ਕੇ ਸਮ ਜਗ ਮਹਿ ਨਹ ਕੋਈ, ਜਿਸ ਔਰੰਗਜ਼ੇਬ ਦੇ ਬਰਾਬਰ ਕੋਈ ਤਾਕਤ ਨਹੀਂ ਸੀ ਦੁਨੀਆ ਵਿੱਚ। ਵੱਡੇ ਵੱਡੇ ਮੁਲਕ ਉਹਦੇ ਅੱਗੇ, ਚਾਈਨਾ ਵਰਗੇ ਮੁਲਕ ਵੀ ਝੁਕਦੇ ਸਨ। ਉਸ ਵੇਲੇ ਹਿੰਦੁਸਤਾਨ ਸਭ ਤੋਂ ਵੱਡੀ ਤਾਕਤ ਸੀ, ਜਦੋਂ ਮੁਗਲਾਂ ਦਾ ਰਾਜ ਸੀ ਹਿੰਦੁਸਤਾਨ ਵਿੱਚ। ਤਿਨ ਕਹ ਭਲੀ ਭਾਂਤ ਕਰ ਪੂਰੇ, ਉਹਨਾਂ ਮੁਗਲਾਂ ਨੂੰ, ਉਹਨਾਂ ਤਾਕਤਾਂ ਨੂੰ ਝੁਕਾ ਦੇਣਾ ਸੀ, ਉਹਨਾਂ ਨੂੰ ਝੂਠੇ ਪਾਣਾ ਸੀ, ਉਹਨਾਂ ਦੀ ਸ਼ਕਤੀ ਖਤਮ ਕਰਨੀ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਚਹਤ ਬਿਨਾਸਿਓ ਸਤਿਗੁਰ ਪੂਰੇ, ਸਤਿਗੁਰੂ ਪਾਤਸ਼ਾਹ ਪੂਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮੁਗਲਾਂ ਦੀ ਜੜ ਪੁੱਟਣੀ ਚਾਹੁੰਦੇ ਹਨ। ਕੋਸ਼ਟ ਅੰਤਰ ਬੈਠੇ ਜਹਾਂ, ਜਿੱਥੇ ਕੋਠੜੀ ਦੇ ਵਿੱਚ ਮਹਾਰਾਜ ਨੂੰ ਬੰਦ ਕੀਤਾ ਹੋਇਆ ਸੀ ਹਵਾਲਾਤ ਦੇ ਕਮਰੇ ਵਿੱਚ, ਉੱਥੇ ਸਤਿਗੁਰੂ ਪਾਤਸ਼ਾਹ ਦੇ ਕੋਲ ਬਾਦਸ਼ਾਹ ਦੇ ਬੰਦੇ ਭੇਜੇ ਹੋਏ 2 ਅਮਰਾਵ ਤੇ 8 9 10 ਨੌਕਰ ਉਹ ਵੀ ਪਹੁੰਚੇ ਹਨ। ਦੇਖਤ ਭਏ ਜਾਏ ਕਰਤਾ ਹਾਂ, ਗੁਰੂ ਸਾਹਿਬ ਜੀ ਨੂੰ ਜਾ ਕੇ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਵੇਖਿਆ ਹੈ। ਪ੍ਰਥਮੈ ਨਿਜ ਪੱਖ ਕੋ ਸਮਝਾਏ, ਪਹਿਲਾਂ ਜਾ ਕੇ ਇਹਨਾਂ ਨੇ ਆਪਣੇ ਪੱਖ ਦੀ ਗੱਲ ਕੀਤੀ, ਆਪਣੇ ਧਰਮ ਦੀ ਵਡਿਆਈ ਦੱਸੀ। ਗੁਰੂ ਜੀ, ਇਸਲਾਮ ਬਹੁਤ ਪਵਿੱਤਰ ਧਰਮ ਹੈ, ਇਸਲਾਮ ਪ੍ਰੇਮ ਮੁਹੱਬਤ ਦਾ ਧਰਮ ਹੈ, ਇਸਲਾਮ ਜਿਹੜਾ ਹੈ ਉਹ ਮਨੁੱਖਤਾ ਦਾ ਇੱਕੋ ਇੱਕ ਧਰਮ ਹੈ। ਅੱਲਾਹ ਤਾਲਾ ਦੇ ਕੋਲ ਬੰਦਾ ਉਹੀ ਜਾ ਸਕਦਾ ਹੈ ਜਿਹੜਾ ਇਸਲਾਮ ਨੂੰ ਕਬੂਲ ਕਰ ਲਵੇ। ਇੱਦਾਂ ਇਸਲਾਮ ਦੀਆਂ ਬੜੀਆਂ ਤਾਰੀਫਾਂ ਇਹਨਾਂ ਨੇ ਕੀਤੀਆਂ ਹਨ। ਉਮਰਾਵਨ ਦੋਨੋਂ ਬਚ ਗਾਏ, ਇਹ ਦੋਵੇਂ ਉਮਰਾਵ ਬੜੇ ਪੜ੍ਹੇ ਲਿਖੇ, ਬੜੇ ਸਿਆਣੇ ਕਾਜੀ ਮੁੱਲਾ ਸਨ। ਇਹਨਾਂ ਨੇ ਮਿੱਠੀਆਂ ਪਿਆਰੀਆਂ ਗੱਲਾਂ ਨਾਲ ਗੁਰੂ ਸਾਹਿਬ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉ ਤਮ ਸੰਕਟ ਇਤੋ ਸਹਾਰੋ, ਫਿਰ ਕਹਿੰਦੇ ਗੁਰੂ ਜੀ ਇੰਨੇ ਸੰਕਟ ਕਿਉਂ ਸਹਾਰਦੇ ਹੋ, ਇੰਨੀ ਪਰੇਸ਼ਾਨੀ ਕਿਉਂ ਸਹਿ ਰਹੇ ਹੋ, ਤੁਸੀਂ ਕਿਉਂ ਤੰਗੀ ਕੱਟ ਰਹੇ ਹੋ। ਕਹਿਓ ਸ਼ਾਹ ਕੋ ਸਿਰ ਪਰ ਧਾਰੋ, ਬਾਦਸ਼ਾਹ ਹਿੰਦੁਸਤਾਨ ਦੇ ਕਹੇ ਨੂੰ ਮੰਨ ਲਓ, ਔਰੰਗਜ਼ੇਬ ਦਾ ਕਹਿਣਾ ਮੰਨ ਲਓ। ਤੁਮਕੋ ਕਰ ਹੈ ਪੀਰਨ ਪੀਰ, ਗੁਰੂ ਜੀ ਤੁਸੀਂ ਮੁਸਲਮਾਨ ਬਣ ਗਏ ਨਾ, ਤੁਹਾਨੂੰ ਅਸੀਂ ਸਾਰੇ ਹਿੰਦੁਸਤਾਨ ਦਾ ਵੱਡਾ ਪੀਰ ਬਣਾਵਾਂਗੇ, ਤੁਹਾਨੂੰ ਸ਼ਾਹੀ ਪੀਰ ਮੰਨਾਂਗੇ, ਸਾਰੀ ਇਸ ਦੁਨੀਆ ਤੁਹਾਨੂੰ ਪੀਰਾਂ ਦੀ ਤਰ੍ਹਾਂ ਪੂਜੇਗੀ। ਅਰਪ ਹੈ ਮੋਹਰ ਮੁਕਤਾ ਹੀਰ, ਤੁਹਾਡੀ ਵਡਿਆਈ 'ਚ ਕੋਈ ਫਰਕ ਨਹੀਂ ਪਏਗਾ। ਅੱਜ ਤੁਹਾਨੂੰ ਹਿੰਦੂ ਮੰਨਦੇ ਨੇ, ਕੱਲ ਨੂੰ ਤੁਹਾਨੂੰ ਮੁਸਲਮਾਨ ਮੰਨਣਗੇ, ਤੇ ਤੁਹਾਨੂੰ ਮੋਤੀ ਹੀਰਿਆਂ ਦੇ ਨਾਲ ਲੱਦ ਦਿਆਂਗੇ, ਸੋਨੇ ਚਾਂਦੀ ਨਾਲ ਲੱਦ ਦਿਆਂਗੇ, ਤੁਹਾਨੂੰ ਭੇਟਾ ਕਰਿਆ ਕਰਾਂਗੇ। ਜਿੰਨਾ ਤੁਸੀਂ ਕਹੋਗੇ ਧਨ ਦੌਲਤ ਸਰਕਾਰੀ ਖਜ਼ਾਨੇ 'ਚ ਤੁਹਾਨੂੰ ਮਿਲੇਗਾ। ਸਭ ਸਲਾਮ ਕਰ ਮਨ ਹੈ ਆਨ, ਔਰ ਜਿੱਧਰ ਜਾਓਗੇ ਤੁਹਾਨੂੰ ਦੁਨੀਆ ਸਲਾਮਾਂ ਕਰੇਗੀ, ਸਾਰੇ ਪੀਰ ਜੀ ਕਰਕੇ ਪੂਜਿਆ ਕਰਨਗੇ। ਬਾਦਸ਼ਾਹ ਔਰੰਗਜ਼ੇਬ ਨੇ ਖੁਦ ਕਹੀ ਹੈ ਵੀ ਮੈਂ ਔਰ ਸਾਰੇ ਹਿੰਦੁਸਤਾਨ ਵਿੱਚ ਉਹਨਾਂ ਦੀ ਮਾਨਤਾ ਹੋਵੇਗੀ। ਜੋ ਤੁਮ ਚਾਹੋ ਨਿਕਾਹ ਕਰਾਇਓ, ਜੇ ਗੁਰੂ ਜੀ ਤੁਸੀਂ ਹੋਰ ਵਿਆਹ ਕਰਾਉਣਾ ਚਾਹੁੰਦੇ ਹੋ, ਨਿਕਾਹ ਕਰਾਉਣਾ ਚਾਹੁੰਦੇ ਹੋ, ਲੇਖ ਸ਼ਾਹ ਤੋਹਿ ਤਾ ਮਨ ਪਾਇਓ, ਤਾਂ ਬਾਦਸ਼ਾਹ ਔਰੰਗਜ਼ੇਬ ਆਪਣੀ ਲੜਕੀ ਦਾ ਰਿਸ਼ਤਾ ਵੀ ਤੁਹਾਨੂੰ ਦੇਣ ਨੂੰ ਤਿਆਰ ਹਨ। ਬਾਦਸ਼ਾਹ ਦੀ ਬਹੁਤ ਖੂਬਸੂਰਤ ਨੌਜਵਾਨ ਲੜਕੀ ਹੈ, ਉਹ ਤੁਹਾਨੂੰ ਵਿਆਹ ਦਿੱਤੀ ਜਾਵੇਗੀ। ਇਸ ਤੇ ਪਰੇ ਅਪਰ ਵਡਿਆਈ, ਇਸ ਤੋਂ ਇਲਾਵਾ ਹੋਰ ਤੁਹਾਨੂੰ ਕੀ ਚਾਹੀਦਾ? ਜੇ ਬਾਦਸ਼ਾਹ ਦੇ ਜਵਾਈ ਬਣ ਜਾਓਗੇ ਤੇ ਹਿੰਦੁਸਤਾਨ ਦੇ ਪੀਰ ਬਣ ਜਾਓਗੇ, ਇਸ ਤੋਂ ਵੱਡੀਆਂ ਹੋਰ ਜਿਹੜੀਆਂ ਵੀ ਤੁਹਾਨੂੰ ਕਹੋਗੇ ਨਾ ਵਡਿਆਈਆਂ, ਉਹ ਹੀ ਦਿੱਤੀਆਂ ਜਾਣਗੀਆਂ। ਰਹੀ ਨ ਪਾਛੇ ਦੇ ਜੋ ਬਤਾਈ, ਇਸ ਤੋਂ ਵੱਧ ਕੇ ਹੋਰ ਕੀ ਕਹੀਏ ਤੁਹਾਨੂੰ, ਜਦੋਂ ਬਾਦਸ਼ਾਹ ਆਪਣੀ ਲੜਕੀ ਦਾ ਰਿਸ਼ਤਾ ਦੇਣ ਲਈ ਰਾਜੀ ਹੈ। ਕਿਉਂਕਿ ਇਸਲਾਮ ਦੇ ਵਿੱਚ ਇੱਕ ਭੂਤ ਸਵਾਰ ਹੈ ਮੁਸਲਮਾਨਾਂ ਦੇ ਦਿਮਾਗ ਉੱਤੇ ਵੀ ਦੂਜੇ ਨੂੰ ਮੁਸਲਮਾਨ ਬਣਾਉਣਾ ਭਾਵੇਂ ਕਿਸੇ ਕੀਮਤ ਤੇ, ਵੀ ਜੇ ਉਹਨੂੰ ਮੁਸਲਮਾਨ ਬਣਾਉਣ ਲਈ ਆਪਣੀ ਲੜਕੀ ਵੀ ਦੇਣੀ ਪਵੇ ਤਾਂ ਉਹ ਵੀ ਸਵਾਬ ਹੈ, ਪੁੰਨ ਹੈ।
ਸੋ ਅਸੀਂ ਆਪਣੀ ਬੇਟੀ ਜਿਹੜੀ ਬਾਦਸ਼ਾਹ ਕਹਿੰਦਾ ਮੈਂ ਆਪਣੀ ਬੇਟੀ ਗੁਰੂ ਸਾਹਿਬ ਨੂੰ ਦੇ ਦਿਆਂਗਾ ਤੇ ਗੁਰੂ ਸਾਹਿਬ ਮੁਸਲਮਾਨ ਬਣ ਜਾਣ। ਪਠਿਓ ਦੇਗ ਚਾ ਪਾਸ ਤੁਮਾਰੇ। ਆ ਬਾਦਸ਼ਾਹ ਸਲਾਮਤ ਨੇ ਖਾਣਾ ਭੇਜਿਆ ਤੁਹਾਡੇ ਲਈ, ਆਪਣੀ ਰਸੋਈ ਦਾ ਖਾਣਾ ਹੈ ਜਿਹਦੇ ਚ ਬਾਦਸ਼ਾਹ ਖਾਂਦਾ ਰੋਜ਼ ਖਾਣਾ, ਉਸ ਰਸੋਈ ਦੇ ਵਿੱਚੋਂ ਤੁਹਾਡੇ ਲਈ ਗੁਰੂ ਜੀ ਇਹ ਭੋਜਨ ਆਇਆ, ਤੁਸੀਂ ਇਹ ਖਾਣਾ ਖਾਓ। ਖਾਵਹੁ ਕਲਮਾ ਮੁਖ ਉਚਾਰੇ। ਆ ਖਾਣਾ ਖਾਓ ਤੇ ਕਲਮਾ ਪੜੋ, ਐਵੇਂ ਆਪਣੇ ਸਰੀਰ ਨੂੰ ਦੁੱਖ ਨਾ ਦਿਓ ਗੁਰੂ ਜੀ। ਭੁੱਖੇ ਰਹਿ ਕੇ ਕਈ ਦਿਨਾਂ ਤੋਂ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ, ਆਪਣੀ ਸਿਹਤ ਖਰਾਬ ਨਾ ਕਰੋ। ਨਾਹਿਤ ਬਾਦੀ ਸ਼ਾਹ ਸੁਭਾਏ। ਜੇ ਤੁਸੀਂ ਇਹ ਗੱਲ ਨਹੀਂ ਮੰਨੋਗੇ ਤੇ ਬਾਦਸ਼ਾਹ ਦਾ ਸੁਭਾਅ ਬੜਾ ਕਰੜਾ ਹੈ, ਬਾਦਸ਼ਾਹ ਬਹੁਤ ਡਾਢਾ ਹੈ, ਬਾਦਸ਼ਾਹ ਤੁਹਾਡੇ ਨਾਲ ਹਰ ਇੱਕ ਤਰ੍ਹਾਂ ਦੀ ਬਦਸਲੂਕੀ ਕਰੇਗਾ ਜੇ ਤੁਸੀਂ ਬਾਦਸ਼ਾਹ ਦੀ ਗੱਲ ਨਾ ਮੰਨੀ। ਜਹਾ ਸਕਰ ਹੈ ਨਾ ਫੇਰਿਓ ਜਾਏ। ਜੋ ਬਾਦਸ਼ਾਹ ਕਹੇਗਾ ਉਹ ਤੇ ਸਾਰੇ ਨੇ ਮੰਨਣਾ। ਹਿੰਦੁਸਤਾਨ ਦਾ ਕੋਈ ਵੀ ਇਨਸਾਨ ਬਾਦਸ਼ਾਹ ਦਾ ਕਹਿਣਾ ਮੋੜ ਨਹੀਂ ਸਕਦਾ। ਕੇਤਕ ਪ੍ਰਾਨ ਹਾਨ ਕਰ ਦੀਨੇ। ਅੱਗੇ ਵੀ ਕਈ ਬੰਦੇ ਜਿਹੜੇ ਬਾਦਸ਼ਾਹ ਨਾਲ ਅੜਦੇ ਸੀ ਉਹ ਬਾਦਸ਼ਾਹ ਨੇ ਕਤਲ ਕਰਵਾ ਦਿੱਤੇ। ਬਾਦਸ਼ਾਹ ਨੇ ਆਪਣੇ ਭਰਾ ਮਰਵਾਤੇ, ਆਪਣੇ ਪੀਰ ਮਰਵਾਤੇ ਮੁਸਲਮਾਨ ਸ਼ਰਮਦ ਵਰਗੇ, ਤੇ ਗੁਰੂ ਜੀ ਤੁਹਾਨੂੰ ਕੀ ਛੱਡੇਗਾ, ਤੁਸੀਂ ਵੀ ਮਾਰੇ ਜਾਓਗੇ। ਨਿਜ ਹੱਠ ਕੋ ਪੂਰਨ ਕਰ ਲੀਨੇ। ਬਾਦਸ਼ਾਹ ਨੇ ਆਪਣੀ ਜਿੱਦ ਨਹੀਂ ਛੱਡਣੀ ਤੇ ਤੁਹਾਨੂੰ ਹੀ ਆਪਣੀ ਜਿੱਦ ਛੱਡਣੀ ਪੈਣੀ ਹੈ। ਗੁਰੂ ਜੀ ਤੁਸੀਂ ਆਪਣੀ ਜਿੱਦ ਛੱਡੋ ਤੇ ਮੁਸਲਮਾਨ ਬਣੋ। ਜਾਂ ਤੇ ਅਬ ਸਮਝੋ ਮਨ ਮਾਹੀ। ਇਸ ਕਰਕੇ ਹੁਣ ਮੌਕਾ ਹੈ, ਸਮਝ ਜਾਓ, ਪਿੱਛੋਂ ਪਛਤਾਓਗੇ। ਤਬ ਸਹਾਇਤਾ ਕਬ ਕਿਤ ਨਾਹੀ। ਤੁਹਾਡੀ ਹੁਣ ਸਹਾਇਤਾ ਕਰਨ ਵਾਲਾ ਹਿੰਦੁਸਤਾਨ 'ਚ ਕੋਈ ਨਹੀਂ। ਜਦੋਂ ਖੁਦ ਬਾਦਸ਼ਾਹ ਔਰੰਗਜ਼ੇਬ ਤੁਹਾਡੇ ਖਿਲਾਫ ਹੈ ਤੇ ਕੋਈ ਹਿੰਦੂ ਰਾਜਾ ਮਹਾਰਾਜਾ ਐਡੀ ਜੁਰਤ ਨਹੀਂ ਕਰੇਗਾ ਵੀ ਤੁਹਾਨੂੰ ਆ ਕੇ ਬਾਦਸ਼ਾਹ ਦੀ ਕੈਦ ਵਿੱਚੋਂ ਛੁਡਾ ਲਵੇ। ਜਿਸ ਕੀ ਫਿਰੈ ਸਕਲ ਜਗ ਦੋਹੀ। ਜਿਸ ਬਾਦਸ਼ਾਹ ਔਰੰਗਜ਼ੇਬ ਦੀ ਸਾਰੇ ਜਗਤ 'ਚ ਦੋਹੀ ਫਿਰਦੀ ਹੈ, ਉਹਦੀਆਂ ਨੌਬਤਾਂ ਵੱਜਦੀਆਂ ਨੇ, ਉਹਦੇ ਨਗਾਰੇ ਵੱਜਦੇ ਨੇ, ਉਹਦਾ ਸਿੱਕਾ ਚੱਲਦਾ ਹੈ, ਕੋਈ ਉਹਦੇ ਸਾਹਮਣੇ ਖੰਘਦਾ ਵੀ ਨਹੀਂ। ਅਸਨਹ ਬਲੀ ਜੋ ਸਨਮੁਖ ਹੋਹੀ। ਇਹੋ ਜਿਹਾ ਕੋਈ ਬਲੀ ਕੋਈ ਸੂਰਮਾ ਹੈ ਨਹੀਂ ਜਿਹੜਾ ਬਾਦਸ਼ਾਹ ਦੇ ਸਾਹਮਣੇ ਖਲੋ ਜਾਵੇ, ਅੜ ਜਾਵੇ। ਕਿਸ ਉਪਾਏ ਤੇ ਛੂਟਨ ਕਰਹ। ਹੇ ਗੁਰੂ ਜੀ ਤੁਸੀਂ ਕਿਹੜੇ ਭਰੋਸੇ ਤੇ ਬੈਠੇ ਹੋ, ਤੁਹਾਨੂੰ ਕੌਣ ਛੁਡਾਏਗਾ ਇੱਥੋਂ ਆ ਕੇ। ਹੁਣ ਇਸ ਕੈਦਖਾਨੇ 'ਚ ਤੁਹਾਨੂੰ ਬਾਦਸ਼ਾਹ ਹੀ ਛੁਡਾ ਸਕਦਾ ਹੈ ਤੇ ਬਾਦਸ਼ਾਹ ਹੀ ਤੁਹਾਨੂੰ ਕਤਲ ਕਰਵਾ ਸਕਦਾ ਹੈ। ਇਹ ਹੁਣ ਤੁਸੀਂ ਸੋਚੋ ਵੀ ਤੁਸੀਂ ਜਿੰਦੇ ਰਹਿਣਾ ਹੈ ਜਾਂ ਮੌਤ ਨੂੰ ਕਬੂਲਣਾ ਹੈ। ਨਾਹਕ ਪਰੇ ਮਹਾ ਦੁਖ ਭਰਹ। ਬਿਨਾਂ ਮਤਲਬ ਦੇ ਨਾਹਕ ਹੀ ਆਪਣੀ ਜਾਨ ਖਤਰੇ 'ਚ ਨਾ ਪਾਓ। ਗੁਰੂ ਜੀ ਆਪਣੀ ਇਹ ਕੀਮਤੀ ਜ਼ਿੰਦਗੀ ਨਾ ਗਵਾਓ। ਦੇਹ ਦੇਗ ਚਾ ਖਾਵਹੁ ਖਾਣਾ। ਆ ਖਾਣਾ ਖਾਓ, ਤੁਹਾਡੇ ਲਈ ਖਾਣਾ ਆਇਆ, ਪਹਿਲਾਂ ਤੁਸੀਂ ਖਾਣਾ ਖਾਓ ਫਿਰ ਤੁਸੀਂ ਕਲਮਾ ਪੜੋ। ਪੁਨ ਛਟ ਐਸ਼ ਕਰਹੁ ਬਿਦ ਨਾਨਾ। ਅੱਜ ਹੀ ਤੁਹਾਨੂੰ ਜੇਲ੍ਹ ਚੋਂ ਕੱਢ ਦਿਆਂਗੇ, ਅੱਜ ਹੀ ਤੁਹਾਨੂੰ ਆਜ਼ਾਦ ਕਰ ਦਿਆਂਗੇ ਤੇ ਤੁਸੀਂ ਜ਼ਿੰਦਗੀ ਸੁੱਖ ਨਾਲ ਜੀਓ, ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਫਿਰੋ, ਤੁਹਾਨੂੰ ਹਿੰਦੁਸਤਾਨ 'ਚ ਕੋਈ ਰੋਕਣ ਵਾਲਾ ਨਹੀਂ ਹੋਵੇਗਾ। ਮਾਨਹ ਬਾਤ ਕਹੇ ਹਮ ਆਛੇ। ਸਾਡਾ ਕਿਹਾ ਮੰਨ ਲਓ, ਇਹ ਤੁਹਾਨੂੰ ਅਸੀਂ ਫਾਇਦੇ ਦੀ ਗੱਲ ਦੱਸ ਰਹੇ ਹਾਂ। ਨਾ ਹਿਤ ਪਛਤਾਵਹੁਗੇ ਪਾਛੇ। ਨਹੀਂ ਤਾਂ ਪਿੱਛੋਂ ਪਛਤਾਓਗੇ। ਸਨਮਤ ਮੰਦਨ ਕੇ ਇਮ ਬੈਨ। ਮੂਰਖਾਂ ਦੇ ਤੁਰਕਾਂ ਦੇ ਇਹ ਬਚਨ ਸੁਣ ਕੇ ਕਹਿਓ ਦੇਖ ਚੇ ਦਿਸ਼ ਕਰ ਨੈਣ। ਸਤਿਗੁਰੂ ਪਾਤਸ਼ਾਹ ਇਦਾਂ ਬੜੀ ਸਹਿਜ ਅਵਸਥਾ 'ਚ ਚੌਂਕੜਾ ਲਾ ਕੇ ਧਿਆਨ ਵਿੱਚ ਬੈਠੇ ਸਨ। ਜਦੋਂ ਉਹਨਾਂ ਨੇ ਆਖਿਆ ਖਾਣਾ ਆਇਆ ਗੁਰੂ ਜੀ ਖਾ ਲਓ, ਤੇ ਮਹਾਰਾਜ ਨੇਤਰ ਖੋਲੇ ਤੇ ਉਸ ਦੇਗਚੇ ਵੱਲ ਵੇਖਿਆ। ਕਿਆ ਇਸ ਮਹਿਤਮ ਕੀਨ ਪਕਾਵਨ। ਮਹਾਰਾਜ ਕਹਿੰਦੇ ਕੀ ਪਕਾ ਕੇ ਲਿਆਇਓ, ਕੀ ਖਾਣਾ ਲਿਆਂਦਾ ਹੈ। ਕਹਾ ਸਿੱਧ ਹੋਏ ਇਸ ਕੇ ਖਾਵਨ। ਇਹਨੂੰ ਖਾਣ ਨਾਲ ਕੀ ਸਿੱਧ ਹੋਏਗਾ। ਕਿਆ ਨਿਸ਼ਚੈ ਕਰ ਹਮ ਖਵਾਵਤ। ਤੇ ਕਿਹੜੇ ਨਿਸ਼ਚੇ ਨਾਲ, ਕਿਹੜੇ ਵਿਸ਼ਵਾਸ ਨਾਲ ਸਾਨੂੰ ਖਵਾਉਣ ਲੱਗੇ ਹੋ। ਕੌਣ ਕਾਜ ਤੁਮ ਰੋਬਨ ਆਵਤ। ਤੇ ਇਹਦੇ ਖਾਣ ਨਾਲ ਸਾਡਾ ਕੀ ਫਾਇਦਾ ਹੋਏਗਾ ਤੇ ਤੁਹਾਡਾ ਕੀ ਫਾਇਦਾ ਹੋਵੇਗਾ। ਧਰਮ ਭ੍ਰਿਸ਼ਟ ਅਪਰਨ ਕਰ ਦੇਣਾ। ਹਾਂ, ਦੂਜਿਆਂ ਦਾ ਧਰਮ ਭ੍ਰਿਸ਼ਟ ਕਰਨਾ, ਦੂਜਿਆਂ ਨੂੰ ਉਹਨਾਂ ਦੇ ਧਰਮ ਦੇ ਖਿਲਾਫ ਖਾਣਾ ਖਵਾਉਣਾ, ਜਿਹੜਾ ਸਾਡੇ ਧਰਮ 'ਚ ਮਨਾ ਹੈ ਉਹ ਤੁਸੀਂ ਸਾਨੂੰ ਖਵਾਉਣਾ ਚਾਹੁੰਦੇ ਹੋ। ਇਸ ਹੱਠ ਕਰ ਤੁਮ ਬਹੁ ਦੁਖ ਲੈਣਾ। ਮਹਾਰਾਜ ਕਹਿੰਦੇ ਤੁਹਾਡੀ ਜਿੱਦ ਤੁਹਾਨੂੰ ਹੀ ਲੈ ਬੈਠੇਗੀ। ਜਿਹੜਾ ਤੁਸੀਂ ਦੂਜਿਆਂ ਦਾ ਧਰਮ ਤੋੜਦੇ ਹੋ, ਉਹਨਾਂ ਦੇ ਧਰਮ 'ਚ ਜਿਹੜਾ ਖਾਣਾ ਮਨਾ ਹੈ, ਸਾਡੇ ਧਰਮ ਵਿੱਚ ਜਿਹੜਾ ਹਲਾਲੀ ਦਾ ਮਾਸ ਹੈ ਇਹ ਮਨਾ ਹੈ। ਅੱਜ ਸਾਧ ਸੰਗਤ ਜੀ ਮੈਂ ਦੇਖਿਆ ਕਈ ਸਿੱਖ ਵੀ ਜਿਹੜੇ ਹਨ ਉਹ ਅੱਜ ਗਊ ਦਾ ਮਾਸ ਖਾਣ ਵਿੱਚ ਬੜੇ ਸ਼ੌਂਕ ਨਾਲ ਕਹਿੰਦੇ ਬੀਫ ਖਾਣੀ ਹੈ, ਤੇ ਹਲਾਲੀ ਦਾ ਵੀ ਕੋਈ ਪਰਹੇਜ਼ ਕੋਈ ਨਹੀਂ, ਤੇ ਕੁਰੈਤਾਂ ਵੀ ਕਹਿੰਦੇ ਹੁਣ ਹਲਾਲੀ ਦੀ ਕੋਈ ਕੁਰੈਤ ਹੀ ਕੋਈ ਨਹੀਂ, ਇੱਦਾਂ ਬੋਲਣ ਲੱਗ ਪਏ ਆ।
ਪਰ ਗੁਰੂ ਸਾਹਿਬ ਜੀ ਨੇ 4 ਕੁਰੈਤਾਂ ਵਿੱਚ ਜਿਹੜੀ ਹੈ ਹਲਾਲੀ ਦਾ ਮਾਸ ਬੱਜਰ ਕੁਰੈਤ ਮੰਨਿਆ ਹੈ। ਸੋ ਕਹਿੰਦੇ ਵੀ ਤੁਸੀਂ ਦੂਜਿਆਂ ਦਾ ਧਰਮ ਤੋੜਦੇ ਹੋ, ਦੂਜਿਆਂ ਦੇ ਧਰਮ ਦੇ ਵਿਰੁੱਧ ਚੱਲਦੇ ਹੋ, ਪਰਵਤਗਾਰ ਵਿਸਾਰਿਓ ਮਨ ਤੇ। ਤੁਸੀਂ ਉਸ ਪਰਮਾਤਮਾ ਨੂੰ ਭੁੱਲ ਗਏ ਹੋ, ਉਸ ਪਰਵਤਗਾਰ ਨੂੰ ਵਿਸਾਰ ਦਿੱਤਾ ਜਿਸ ਨੇ ਦੁਨੀਆ ਪੈਦਾ ਕੀਤੀ ਹੈ। ਖੋਟੇ ਕਾਜ ਕਰਤ ਹੋ ਤਨ ਤੇ। ਖੋਟੇ ਕੰਮ ਕਰਦੇ ਹੋ। ਇਹ ਸਰੀਰ ਤੁਹਾਨੂੰ ਮਨੁੱਖਾ ਜਨਮ ਮਿਲਿਆ ਸੀ ਨਾਮ ਜਪਣ ਲਈ, ਪਰਮੇਸ਼ਰ ਦੀ ਭਗਤੀ ਕਰਨ ਲਈ, ਤੇ ਤੁਸੀਂ ਇਸ ਜਨਮ ਵਿੱਚ ਆ ਕੇ ਪਾਪ ਕਰ ਰਹੇ ਹੋ। ਧਾਂਪਨ ਦੇਹ ਉਤਾਰ ਇਸ ਕੇਰਾ। ਹਾਂ, ਇਹਦਾ ਢੱਕਣ ਲਾਓ। ਜਿਹੜਾ ਦੇਗਚਾ ਲੈ ਕੇ ਆਏ ਹੋ ਇਹਦੇ ਖਾਣੇ ਦੇ ਉੱਤੋਂ ਢੱਕਣ ਚੁੱਕੋ ਆਪਨ ਭਾਵਨਾ ਫਲ ਲਿਹੋ ਹੇਰਾ। ਤੇ ਆਪਣੀ ਭਾਵਨਾ ਦਾ ਫਲ ਪਾ ਲਓ। ਵੇਖ ਲਓ, ਹੁਣੇ ਤਮਾਸ਼ਾ ਵੇਖ ਲਓ, ਤੁਹਾਨੂੰ ਦਿਖਾ ਦਿੰਦੇ ਆ। ਖਾਣੇ ਕੋ ਸਮੀਪ ਜੋ ਖਰਿਓ। ਜਿਹੜਾ ਬੰਦਾ ਖਾਣੇ ਦੇ ਕੋਲ ਖਲੋਤਾ ਸੀ ਤਿਸਨੇ ਢਾਪਨ ਸੁਨਤ ਉਤਰਿਓ। ਉਹਨੇ ਪਤੀਲੇ ਦਾ ਢੱਕਣ ਚੁੱਕ ਦਿੱਤਾ। ਚਬਹ ਦੇਗਚਾ ਤੁਰਕ ਉਗਾਰਾ। ਜਦੋਂ ਦੇਗਚੇ ਦੇ ਉੱਤੋਂ ਸਾਧ ਸੰਗਤ ਜੀ ਤੁਰਕ ਨੇ ਉਹ ਢੱਕਣ ਲਾਇਆ ਨਾ, ਉਸ ਵੇਲੇ ਤਿਸਮਹ ਅਚਰਜ ਪਇਓ ਨਿਹਾਰ। ਅਸਚਰਜ ਕੌਤਕ ਉੱਥੇ ਵਰਤਿਆ ਦਿੱਲੀ ਦੀ ਕੋਤਵਾਲੀ ਵਿੱਚ, ਜਿਹੜਾ ਸਾਰਿਆਂ ਨੂੰ ਹੈਰਾਨ ਕਰ ਗਿਆ। ਲਗ ਲਗ ਸੂਕਰ ਨਿਕਸੇ ਘਨੇ। ਨਿੱਕੇ ਨਿੱਕੇ ਸੂਰ ਦੇ ਬੱਚੇ ਉਸ ਦੇਗਚੇ ਚੋਂ ਛਾਲਾਂ ਮਾਰ ਕੇ ਬਾਹਰ ਨਿਕਲਣ ਲੱਗ ਪਏ। ਮੁਸਲਮਾਨ ਗਊ ਦਾ ਮਾਸ ਬਣਾ ਕੇ ਲਿਆਏ ਸੀ, ਗੁਰੂ ਨੂੰ ਖਵਾਵਾਂਗੇ ਤੇ ਗੁਰੂ ਦਾ ਧਰਮ ਭ੍ਰਿਸ਼ਟ ਕਰਾਂਗੇ, ਪਰ ਉਹਨਾਂ ਦਾ ਹੀ ਧਰਮ ਭ੍ਰਿਸ਼ਟ ਹੋ ਗਿਆ। ਨਿੱਕੇ ਨਿੱਕੇ ਸੂਰ ਦੇ ਬੱਚੇ ਉਸ ਦੇਗਚੇ ਚੋਂ ਬਾਹਰ ਨਿਕਲਦੇ ਨੇ ਛਾਲਾਂ ਮਾਰ ਕੇ। ਕੁਰ ਕੁਰ ਸ਼ਬਦ ਅਦਕ ਹੀ ਭਨੇ। ਨਿੱਕੇ ਨਿੱਕੇ ਨੇ ਕੁਰ 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 ਕਰਦੇ ਨੇ। ਕੋ ਮੇਂਢਕ ਸਮ ਨਿਕ ਸਹ ਬਾਹਰ। ਪਹਿਲਾਂ ਤਾਂ ਨਿਕਲੇ ਛੋਟੇ ਛੋਟੇ ਮੇਂਢਕਾਂ ਵਰਗੇ, ਡੱਡੂ ਨਹੀਂ ਹੁੰਦੇ ਜਿਵੇਂ ਟਪੂਸ਼ੀ ਮਾਰ ਕੇ ਡੱਡੂ ਬਾਹਰ ਆਂਦਾ, ਏਦਾਂ ਦੇ ਸੂਰ ਦੇ ਬੱਚੇ ਛੋਟੇ ਛੋਟੇ ਨਿਕਲੇ। ਪਾਂਦ ਦੇਗਚੇ ਦੌਰਤ ਜ਼ਾਹਰ। ਉਹ ਦੇਗ ਦੇ ਵਿੱਚੋਂ ਏਦਾਂ ਛਾਲਾਂ ਮਾਰਦੇ ਜਿਵੇਂ ਡੱਡੂ ਛਾਲ ਮਾਰ ਕੇ ਬਾਹਰ ਨਿਕਲਦਾ ਹੈ। ਕੋ ਤਿਸ ਤੇ ਦੀਰਗ ਨਿਕ ਸੰਤੇ। ਫਿਰ ਉਸ ਤੋਂ ਥੋੜੇ ਵੱਡੇ ਨਿਕਲੇ ਹਨ। ਮੁਖ ਕਸਮ ਸਰ ਫਿਰਤ ਬੁਲੰਤੇ। ਉਹ ਚੂਹਿਆਂ ਵਰਗੇ, ਜਿੱਡਾ ਕਿ ਚੂਹਾ ਹੁੰਦਾ ਨਾ, ਐਡੇ ਐਡੇ ਸੂਰ ਦੇ ਬੱਚੇ ਨਿਕਲੇ ਨੇ। ਕੋ ਤਿਸ ਤੇ ਪੀ ਵੱਡੇ ਦਸੰਤੇ। ਕਈ ਉਸ ਤੋਂ ਵੀ ਚੂਹੇ ਤੋਂ ਵੀ ਵੱਡੇ ਦਿਸੇ ਨੇ। ਜਿਮਨ ਜਾਰ ਬਚਾ ਚਪਲੰਤੇ। ਜਿਵੇਂ ਸਾਧ ਸੰਗਤ ਜੀ ਬਿੱਲੀ ਦੇ ਬੱਚੇ ਹੁੰਦੇ ਨੇ, ਕੇਤਕ ਸਾਮਨ ਜਾਰ ਭਏ ਹੈ। ਤੇ ਕਈ ਬਿੱਲੀ ਵਰਗੇ ਹੀ ਬਿੱਲਿਆਂ ਵਰਗੇ ਨਿਕਲੇ ਨੇ। ਨਿਕਸ ਨਿਕਸ ਗਨ ਵਹਿਰ ਗਏ। ਔਰ ਉਹ ਛੋਟੇ ਵੱਡੇ ਸੂਰ ਜਿਹੜੇ ਨੇ ਨਿਕਲ ਨਿਕਲ ਕੇ ਬਾਹਰ ਦੌੜੀ ਜਾਂਦੇ ਨੇ, ਪਤਾ ਨਹੀਂ ਕਿੰਨੇ ਕਿੰਨੇ। ਛੋਟਾ ਜਿਹਾ ਦੇਗਚਾ ਹੈ, ਹੋਏਗਾ 5-7 ਕਿਲੋ ਮਾਸ ਬਣਿਆ ਹੋਣਾ, ਉਹਦੇ ਵਿੱਚ ਕਿੰਨਾ ਕੁ ਹੋਣਾ। ਉਹਨਾਂ ਨੇ ਇੰਨਾ ਕੁ ਲਿਆਂਦਾ ਸੀ ਵੀ ਗੁਰੂ ਦੇ ਸਿੱਖ ਵੀ ਖਾ ਲੈਣਗੇ, ਗੁਰੂ ਵੀ ਖਾ ਲੇਗਾ, ਪਰ ਉਹਦੇ ਵਿੱਚੋਂ ਸੂਰ ਦੇ ਬੱਚੇ ਨਿਕਲ ਨਿਕਲ ਕੇ ਇੰਨੇ ਨਿਕਲੀ ਜਾਂਦੇ ਹੈ ਬਈ ਸਾਰੇ ਹੈਰਾਨ ਹੋ ਗਏ ਵੀ ਇੰਨੇ ਨਿਕਲ ਕਿੱਥੋਂ ਰਹੇ ਹਨ। ਕਾਰੇ ਕਬਰੇ ਬਿਸਦ ਬਿਸਾਲੇ। ਕਈ ਕਾਲੇ ਨੇ ਤੇ ਕਈ ਡੱਬ ਖੜੱਬੇ ਨੇ, ਕਈ ਚਿੱਟੇ ਨੇ, ਕਈ ਤਰ੍ਹਾਂ ਦੇ ਸੂਰ ਉਹਦੇ ਵਿੱਚੋਂ ਨਿਕਲ ਰਹੇ ਨੇ। ਇੰਗਟ ਮੁਖ ਜਿਨ ਇਤ ਉਤ ਚਾਲੇ। ਟੇਢੇ ਮੂੰਹਾਂ ਵਾਲੇ ਨੇ, ਅੱਗੇ ਉਹਨਾਂ ਦੀਆਂ ਥੁੰਨਾਂ ਨੇ, ਤੇ ਕੁਰਕੁਰ ਕੁਰਕੁਰ ਕਰਦੇ ਇੱਧਰ ਉੱਧਰ ਜੇਲ੍ਹ 'ਚ ਭੱਜਣ ਲੱਗ ਪਏ ਨੇ। ਲਗ ਲਾਂਗਲ ਕੋ ਬਹੁਤ ਡੁਲਾਵੇ। ਔਰ ਨਿੱਕੀਆਂ ਨਿੱਕੀਆਂ ਪੂਛਾਂ ਨੇ ਉਹਨਾਂ ਦੀਆਂ, ਤੇ ਉਹ ਪੂਛਾਂ ਘੁਮਾਉਂਦੇ ਨੇ ਕਾਨ ਸਕੋਚੈ ਤਹਾਂ ਪਰਮਾਵੇ। ਤੇ ਆਪਣੇ ਕੰਨ ਇਕੱਠੇ ਕਰਦੇ ਨੇ ਤੇ ਉੱਥੇ ਦੌੜੇ ਫਿਰਦੇ ਨੇ ਤੁਰਕਾਂ ਦੇ ਕੋਲ। ਪਏ ਪੂਰ ਪੈ ਪੀਤ ਸੋ ਭਾਜੇ। ਕਹਿੰਦੇ ਤੁਰਕ ਸਾਰੇ ਬਹੁਤ ਡਰ ਗਏ, ਭੈ ਭੀਤ ਹੋ ਗਏ ਵੀ ਇਹ ਕੀ, ਅਸੀਂ ਤਾਂ ਆਪ ਇਹਦੇ 'ਚ ਖਾਣਾ ਬਣਾ ਕੇ ਲਿਆਂਦਾ ਸੀ, ਖਾਣੇ ਦੀ ਥਾਂ ਦੇ ਸੂਰ ਕਿੱਥੋਂ ਨਿਕਲ ਆਏ। ਨਿਕਸ ਨਿਕਸ ਗਮਨਾ ਦਰਵਾਜੇ। ਔਰ ਦਰਵਾਜ਼ਿਆਂ 'ਚੋਂ ਬਾਹਰ ਨਿਕਲੀ ਜਾਂਦੇ ਨੇ, ਦੌੜੀ ਜਾਂਦੇ ਨੇ। ਤੁਰਕਨ ਕੇ ਪੈਰਨ ਵਿੱਚ ਦੌੜਾ। ਉਹ ਤੁਰਕਾਂ ਦੇ ਪੈਰਾਂ ਵਿੱਚ ਦੌੜਦੇ ਨੇ। ਤੁਰਕ ਇੰਨਾ ਜ਼ਿਆਦਾ ਨਫ਼ਰਤ ਕਰਦੇ ਨੇ ਸੂਰ ਨੂੰ ਵੀ ਉਹਦਾ ਨਾਮ ਹੀ ਨਹੀਂ ਲੈਂਦੇ। ਅੱਜ ਪਿੰਡੇ ਨੂੰ ਛੂ ਜਾਵੇ ਫਟਾਫਟ ਨਹਾਉਂਦੇ ਨੇ ਜਾ ਕੇ। ਪ੍ਰਵੇਸ਼ੇ ਜਾਏ ਬਸਨ ਦੇ ਸਠੌਰ। ਜਿੱਥੇ ਤੁਰਕ ਰਹਿੰਦੇ ਉਹਨਾਂ ਦੇ ਕਮਰਿਆਂ 'ਚ ਘਰਾਂ 'ਚ ਜਾ ਵੜੇ ਨਿੱਕੇ ਨਿੱਕੇ ਸੂਰ। ਜਹਾਂ ਬਨ ਹੈ ਖਾਣਾ ਤਿਨ ਕੇਰਾ। ਜਿੱਥੇ ਤੁਰਕਾਂ ਦੀਆਂ ਰਸੋਈਆਂ ਨੇ, ਜਿੱਥੇ ਔਰੰਗਜ਼ੇਬ ਦਾ ਖਾਣਾ ਬਣਦਾ ਹੈ, ਤਾਏ ਤਾਏ ਤਹ ਕਰਤੇ ਫੇਰਾ। ਉੱਥੇ ਵੀ ਸੂਰ ਵੜ ਗਏ ਜਾ ਕੇ। ਤਿਨ ਕੇ ਬਾਸਨ ਕੋ ਬਖਲਾਏ। ਉਹਨਾਂ ਦੇ ਭਾਂਡਿਆਂ ਨੂੰ ਮੂੰਹ ਲਾਈ ਜਾਂਦੇ ਨੇ। ਦੌੜ ਦੌੜ ਕਰ ਦੇ ਰੁੜਾਏ। ਔਰ ਸਾਧ ਸੰਗਤ ਦੀ ਦੌੜ ਦੌੜ ਕੇ ਉਹਨਾਂ ਦੇ ਭਾਂਡੇ ਸੂਰ ਜਿਹੜੇ ਨੇ ਉਹ ਡੋਲ ਦਿੰਦੇ ਨੇ,
ਉਹਨਾਂ ਦੇ ਘੜਿਆਂ ਨੂੰ ਮੂੰਹ ਲਾ ਦਿੱਤੇ, ਖੂਹਾਂ ਤੇ ਚੜ ਗਏ। ਜਲ ਕੋ ਜਾਏ ਸਪਰਸ਼ਹ ਅੰਗ ਜਿੱਥੇ ਤੁਰਕ ਵਜੂ ਕਰਦੇ ਨੇ ਨਮਾਜ਼ ਪੜ੍ਹਨ ਲਈ, ਉੱਥੇ ਸੂਰ ਜਾ ਕੇ ਪਾਣੀ ਪੀਣ ਲੱਗ ਪਏ। ਸ਼ਵੇ ਤਿਨ ਹੋ ਕੇ ਬਸਤਰਨ ਸੰਗ ਉਹਨਾਂ ਦੇ ਕੱਪੜਿਆਂ ਨੂੰ ਛੂਹ ਲਿਆ, ਸ਼ਸਤਰਨ ਸਾਥ ਸਪਰਸ਼ਹ ਦੇਹੀ ਉਹਨਾਂ ਦੇ ਸ਼ਸਤਰਾਂ ਨੂੰ ਛੂਹ ਗਏ ਸੂਰ ਜਾ ਕੇ। ਕਰ ਕਰ ਕਰਤ ਫਿਰਤ ਜਹ ਕੇਹੀ ਦਿੱਲੀ ਦੇ ਚਾਂਦਨੀ ਚੌਂਕ ਤੋਂ ਲਾਲ ਕਿਲੇ ਜਾਮਾ ਮਸਜਿਦ ਥਾਂ ਥਾਂ ਤੇ ਸੂਰ ਹੀ ਸੂਰ ਹੋ ਗਏ, ਸੂਰ ਹੀ ਸੂਰ ਹੋ ਗਏ। ਕਾਰਾ ਗ੍ਰਹਿ ਮਹਿ ਸਭ ਇਸ ਥਾਨ ਸਾਰੀ ਜੇਲ੍ਹ ਦੇ ਵਿੱਚ ਸੂਰ ਫਿਰਦੇ ਨੇ, ਦੌਰਹ ਫਿਰਹ ਸਤਰਾਸ ਮਹਾਨ ਔਰ ਇੰਨੇ ਜ਼ਿਆਦਾ ਨੇ ਵੀ ਉਹ ਗਿਣੇ ਹੀ ਨਹੀਂ ਜਾਂਦੇ, ਅਣਗਿਣਤ। ਕਿਉਂਕਿ ਗੁਰੂ ਸਾਹਿਬ ਨੇ ਸ਼ਹੀਦੀ ਪਹਿਰਾ ਹੀ ਵਰਤਾਤਾ ਉਹਨਾਂ ਨੂੰ। ਜਿਹੜੇ ਗੁਰੂ ਸਾਹਿਬ ਦਾ ਧਰਮ ਬਦਲਣਾ ਚਾਹੁੰਦੇ ਸੀ, ਆਪਣਾ ਹੀ ਧਰਮ ਗਵਾ ਬੈਠੇ। ਕਾਚੋ ਪਾਕੋ ਅੰਨ ਜਤੇਕ ਜਿੰਨਾ ਉਹਨਾਂ ਦਾ ਰਸੋਈਆਂ 'ਚ ਪਿਆ ਸੀ ਅੰਨ, ਕੱਚਾ ਜਾਂ ਪੱਕਾ, ਤਿਸ ਮੁਖ ਲਾਵਹ ਖਾਹਿ ਜਤੇਕ ਉਹਨਾਂ ਨੇ ਜਾ ਕੇ ਸੂਰਾਂ ਨੇ ਖਾਣਾ ਸ਼ੁਰੂ ਕਰਤਾ, ਉਹਨਾਂ ਨੂੰ ਮੂੰਹ ਲਾ ਦਿੱਤਾ। ਸਾਰਾ ਖਾਣਾ ਉਹਨਾਂ ਦਾ ਖਰਾਬ ਕਰ ਦਿੱਤਾ, ਪੱਕਿਆ ਹੋਇਆ ਵੀ ਤੇ ਕੱਚੇ ਆਟੇ ਉਟੇ ਨੂੰ ਵੀ ਜਾ ਕੇ ਮੂੰਹ ਮਾਰ ਦਿੱਤਾ। ਕੋ ਕਾਰਾ ਗ੍ਰਹਿ ਤਜੇ ਪਲਾਈ ਤੇ ਕਈ ਤੇ ਜੇਲ੍ਹ ਵਿੱਚੋਂ ਜਿਹੜੇ ਸੀ ਉਹਦੇ ਭੱਜ ਗਏ, ਬੀਚ ਬਚਾਰ ਫਿਰ ਹੈ ਤੇ ਉਤਲਾਈ ਸੂਰ ਬਾਜ਼ਾਰ ਵਿੱਚ ਵੀ ਫਿਰਨ ਲੱਗੇ। ਤਾਬਾ ਤਾਬਾ ਤਰਕ ਕਰਨ ਤੁਰਕ ਤੋਬਾ ਤੋਬਾ ਕਰਦੇ ਆ, ਕੰਨਾਂ ਨੂੰ ਹੱਥ ਲਾਉਂਦੇ ਆ, ਕਹਿੰਦੇ ਬੜੇ ਬੁਰੇ ਫਸੇ ਆ। ਕਿਆ ਹੋਇਓ ਕੁਛ ਨਾਹਿ ਜਨੰਤੇ ਇਹ ਸੂਰ ਕਿੱਥੋਂ ਆ ਗਏ, ਇੰਨੇ ਕਿੱਥੋਂ ਆ ਗਏ ਇੱਕਦਮ? ਪਏ ਨ ਪਾਕ ਸਕਲ ਹੀ ਰੀਤੀ ਇਹ ਜਿਹੜੇ ਤੁਰਕ ਨੇ, ਇਹ ਸਾਧ ਸੰਗਤ ਜੀ ਸਭ ਤਰ੍ਹਾਂ ਨਾਲ ਨਾਪਾਕ ਹੋ ਗਏ, ਅਪਵਿੱਤਰ ਹੋ ਗਏ, ਅਸ਼ੁੱਧ ਹੋ ਗਏ। ਕਹਾ ਇਮਾਨ ਰਹਿਓ ਗਾ ਬੀਤੀ ਕਹਿੰਦੇ ਸਾਡਾ ਈਮਾਨ ਖਰਾਬ ਹੋ ਗਿਆ, ਸਾਡਾ ਧਰਮ ਖਰਾਬ ਹੋ ਗਿਆ। ਮਸੀਤਾਂ 'ਚ ਵੀ ਤੁਰਕ ਸੂਰ ਜਾ ਕੇ ਵੜ ਗਏ, ਉਹਨਾਂ ਦੇ ਖਾਣਿਆਂ 'ਚ ਜਾ ਵੜੇ, ਉਹਨਾਂ ਦੇ ਘਰਾਂ 'ਚ ਜਾ ਵੜੇ, ਉਹਨਾਂ ਦੀ ਬੇਗਮਾਂ ਦੇ ਜਾ ਕੇ ਉੱਥੇ ਵੜ ਗਏ ਕਮਰਿਆਂ ਵਿੱਚ। ਇਸ ਤਰ੍ਹਾਂ ਬਹੁਤ ਬੁਰਾ ਹਾਲ ਕੀਤਾ ਤੋ ਸੂਰਾਂ ਨੇ। ਭੋਜਨ ਬਾਸਨ ਬਸਨ ਹਮਾਰੇ ਹਾਂ, ਕਹਿੰਦੇ ਸਾਡੇ ਕੱਪੜੇ ਖਰਾਬ ਕਰਤੇ, ਸਾਡੇ ਭਾਂਡੇ ਝੂਠੇ ਕਰਤੇ, ਸਾਡਾ ਖਾਣਾ ਖਰਾਬ ਕਰਤਾ। ਬਦ ਛੋਹ ਗਏ ਫਿਰਤ ਹੀ ਸਾਰੇ ਇਹ ਭੈੜੇ ਸਾਨੂੰ ਛੂਹ ਗਏ ਨੇ। ਸੂਰ ਨਹੀਂ ਕਹਿੰਦੇ ਉਹਨੂੰ, ਬਦ ਕਹਿੰਦੇ ਨੇ ਸੂਰ ਨੂੰ। ਬਦ ਮੈਨੇ ਭੈੜਾ, ਯਾਨੀ ਉਹ ਕਹਿੰਦੇ ਭੈੜੇ ਸਾਨੂੰ ਅੱਜ ਛੂਹ ਗਏ ਨੇ। ਸੂਰਾਂ ਦਾ ਨਾਂ ਨਹੀਂ ਲੈਂਦੇ। ਮਾਰੋ ਹਮਾਰੋ ਦੇਹ ਨਿਕਸਾਹੇ ਮਾਰੋ ਮਾਰੋ ਇਹਨਾਂ ਨੂੰ, ਕਹਿੰਦੇ ਕੱਢੋ ਇਹਨਾਂ ਨੂੰ ਇੱਥੋਂ। ਚੌਹ ਦਿਸ਼ ਤੁਰਕਨ ਸ਼ਬਦ ਪ੍ਰਕਾਸ਼ਹ ਤੇ ਥਾਂ ਥਾਂ ਤੇ ਤੁਰਕ ਰੌਲਾ ਪਾਉਂਦੇ ਨੇ, ਮਾਰੋ 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 ਕਰਦੇ। ਸੂਰ ਕਿੱਥੇ ਕਾਬੂ ਆਉਂਦੇ? ਸੂਰ ਤੇ ਸਾਰੀ ਦਿੱਲੀ 'ਚ ਹੋ ਗਏ ਨੇ। ਦੌਰ ਦੌਰ ਤਿਨ ਸੰਗ ਬਿਦਾਰਾ ਕਹਿੰਦੇ ਦੌੜ ਦੌੜ ਕੇ ਸੂਰਾਂ ਨੂੰ ਮਾਰਦੇ ਨੇ। ਸੂਰ ਦੂਜੇ ਪਾਸਿਓਂ ਦੀ ਆ ਕੇ ਉਹਨਾਂ ਦੇ ਕੱਪੜਿਆਂ ਨੂੰ ਛੂਹ ਜਾਂਦੇ ਨੇ। ਕੋ ਪਦ ਜਾਏ ਕਿਤ ਕੋ ਮਾਰਾ ਬਾਜ਼ਾਰਾਂ ਵਿੱਚ ਵੀ ਸੂਰ, ਕਿਲੇ ਵਿੱਚ ਵੀ ਸੂਰ, ਮਸੀਤਾਂ ਵਿੱਚ ਵੀ ਸੂਰ, ਘਰਾਂ ਵਿੱਚ ਵੀ ਸੂਰ। ਦਿੱਲੀ ਸਾਰੀ ਟੱਪਣ ਲਾਤੀ ਸੂਰਾਂ ਨੇ। ਤੁਰਕ ਟਪੂਸ਼ੀਆਂ ਮਾਰ ਮਾਰ ਮੰਜਿਆਂ ਤੇ ਚੜ੍ਹਦੇ, ਉਹ ਮੰਜਿਆਂ ਦੇ ਪਿੱਛੇ ਪਿੱਛੇ ਚੜ੍ਹ ਜਾਂਦੇ। ਕਾਰਾ ਗ੍ਰਹਿ ਮਹਰੌਰ ਬਚਿਓ ਹੈ ਜੇਲ੍ਹ ਵਿੱਚ ਤਾਂ ਬੜਾ ਰੌਲਾ ਪਿਆ। ਕੋ ਜਨ ਭੜਥੂ ਪਾਹਿ ਨਚਿਓ ਹੈ ਹਾਂ, ਜਿਵੇਂ ਭੜਥੂ ਹੀ ਮਚ ਗਿਆ ਦਿੱਲੀ ਵਿੱਚ। ਆਲੇ ਦੁਆਲੇ ਲਾਲ ਕਿਲੇ ਦੇ ਬੜਾ ਰੌਲਾ ਪਿਆ। ਕਹਿ ਪਾਲੇ ਸ਼ਮਸ਼ੇਰ ਹਾਥ ਤੁਰਕ ਬਰਛੇ ਲੈ ਕੇ, ਤਲਵਾਰਾਂ ਲੈ ਕੇ ਉਹਨਾਂ ਸੂਰਾਂ ਨੂੰ ਮਾਰਨ ਦੌੜਦੇ ਨੇ। ਬਾਜੇ ਫਿਰ ਹਸੂ ਕਰਨ ਸਾਥ ਤੇ ਸੂਰਾਂ ਦੇ ਪਿੱਛੇ ਪਿੱਛੇ ਸੂਰ, ਅੱਗੇ ਅੱਗੇ ਉਹ ਪਿੱਛੇ ਪਿੱਛੇ। ਜੇ ਕੋਈ ਪਿੱਛੇ ਦੀ ਸੂਰ ਆ ਕੇ ਮੂੰਹ ਲਾ ਜਾਂਦਾ, ਫੇਰ ਉਹ ਨਹਾਉਂਦੇ ਧੋਂਦੇ ਜਾ ਕੇ ਇੰਨੇ ਨੂੰ ਜਾ ਕੇ ਫੇਰ ਲਾ ਦਿੰਦੇ। ਬਹੁਤ ਬੁਰਾ ਹਾਲ ਕੀਤਾ। ਅਪਦਾ ਜਨ ਤੁਰਕਨ ਪਰ ਆਏ ਮਾਨੋ ਤੁਰਕਾਂ ਤੇ ਬੜੀ ਮੁਸੀਬਤ ਆ ਗਈ, ਬਹੁਤ ਵੱਡੀ ਮੁਸੀਬਤ ਆ ਗਈ ਤੁਰਕਾਂ ਤੇ। ਪੁੱਛਾ ਤੇ ਕਛ ਕਹੇ ਨਾ ਜਾਏ ਹਾਂ, ਕੋਈ ਪੁੱਛੇ ਤੇ ਦੱਸਣ ਜੋਗੇ ਨਹੀਂ। ਕੀ ਦੱਸਣ ਵੀ ਕੀ ਹੋਇਆ? ਕਰਤੂਤਾਂ ਦੇ ਆਪਣੀਆਂ ਮਾੜੀਆਂ। ਪਰਮੇਸ਼ਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਧਰਮ ਤੋਂ ਭ੍ਰਿਸ਼ਟ ਕਰਨਾ ਚਾਹੁੰਦੇ ਸੀ, ਆਪਣੇ ਧਰਮ ਤੋਂ ਭ੍ਰਿਸ਼ਟ ਹੋ ਗਏ। ਕਾਰਾ ਗ੍ਰਹਿ ਮਹ ਪਕਰਾ ਜੋਏ ਜਿਹੜਾ ਵੀ ਜੇਲ੍ਹ ਦੇ ਵਿੱਚ ਹਰੇ ਤੁਰਕ ਹਿੰਦੂ ਸੁਖ ਹੋਏ ਕਹਿੰਦੇ ਤੁਰਕ ਤਾਂ ਭੱਜੇ ਫਿਰਦੇ, ਤੇ ਹਿੰਦੂ ਜਿਹੜੇ ਸੀ ਖੁਸ਼ ਹੋਏ। ਕਹਿੰਦੇ ਚੰਗਾ ਹੋਇਆ, ਇਹਨਾਂ ਨੂੰ ਇਦਾਂ ਹੀ ਹੋਣਾ ਚਾਹੀਦਾ ਸੀ। ਸਭ ਹਨ ਕੀਮਤ ਬਿਸਮੈ ਭਈ ਕਹਿੰਦੇ ਸਾਰਿਆਂ ਦੀ ਮਤ ਹੈਰਾਨ ਸੀ ਵੀ ਹੋ ਕੀ ਗਿਆ ਹੈ। ਕਿਆ ਇਹੋ ਗਤ ਜਾਨੀ ਨਹ ਜਾਏ ਇਹ ਕੀ ਭਾਣਾ ਵਰਤਿਆ, ਕੋਈ ਸਮਝ ਨਹੀਂ ਆਈ। ਚੌਹਦਿਸ਼ ਮਹਿਲ ਹੋਏ ਹੈ ਤੁਰਕਾਨਾ ਸਾਰੇ ਪਾਸੇ ਤੁਰਕ ਜਿਹੜੇ ਨੇ ਤੋਬਾ ਤੋਬਾ ਕਰਦੇ ਨੇ। ਕਿਤਕ ਘੇਰ ਮਾਰੇ ਤਿਸ ਥਾਨਾ ਕਈਆਂ ਨੇ ਸੂਰ ਮਾਰੇ ਬਰਛਿਆਂ ਦੇ ਨਾਲ, ਕਿਤਕ ਪਲਾਏ ਪੁਰਤੇ ਨਿਕਸੇ ਕਈ ਬਾਹਰ ਨਿਕਲ ਗਏ, ਜਮਨਾ ਵਾਲੇ ਪਾਸੇ ਦੌੜ ਗਏ ਸੂਰ। ਹੇਰ ਹੇਰ ਹਿੰਦੂ ਜਨ ਬਿਗਸੇ ਹਿੰਦੂ ਖੁਸ਼ ਹੋਏ ਤੇ ਮੁਸਲਮਾਨ ਬੜੇ ਦੁਖੀ ਹੋਏ। ਕਾਰਾ ਗ੍ਰਹਿ ਕੇ ਜਿਤਕ ਸਪਾਹੀ ਕਹਿੰਦੇ ਜਿੰਨੇ ਵੀ ਜੇਲ੍ਹ ਦੇ ਸਿਪਾਹੀ ਸਨ, ਤਨ ਕੇ ਬਸਤਰ ਉਤਾਰੇ ਤਾਹੀ ਉਹਨਾਂ ਨੇ ਜੇ ਪਹਿਲਾਂ ਕੱਪੜੇ ਲਾਏ ਆਪਣੇ, ਜਲ ਮਹਿ ਗੁਸਲ ਕਰਿਓ ਮਿਲ ਸਭ ਫਿਰ ਨਹਾਤੇ ਜਾ ਕੇ। ਜਿਨ੍ਹਾਂ ਦੀ ਰਸੋਈਆਂ 'ਚ ਬੜੇ ਸੀ, ਉਹਨਾਂ ਨੇ ਰਸੋਈਆਂ 'ਚੋਂ ਭਾਂਡੇ ਚੁੱਕ ਚੁੱਕ ਕੇ ਬਾਹਰ ਸੁੱਟੇ। ਅਪਰ ਸਥਲ ਸਧਰਾ
ਫਿਰਾਏ ਤਬ ਹੂੰ ਜਾ ਕੇ ਸਾਰੀਆਂ ਥਾਵਾਂ ਸਾਫ਼ ਕੀਤੀਆਂ। ਉਚਿਤ ਰਾਖਬੇ ਸੋ ਰਖ ਲਈ ਜਿਹੜੀ ਚੀਜ਼ਾਂ ਰੱਖਣ ਯੋਗ ਸੀ ਉਹ ਰੱਖ ਲਈਆਂ। ਨਾਹਿਤ ਵਸਤ ਅਪਰ ਕੋ ਦਈ ਬਾਕੀ ਚੀਜ਼ਾਂ ਦੂਜਿਆਂ ਨੂੰ ਦੇਤੀਆਂ, ਹਿੰਦੂਆਂ ਨੂੰ ਦੇਤੀਆਂ ਜਾਂ ਬਾਹਰ ਸੁੱਟਤੀਆਂ। ਮਹਾ ਦੁਖੀ ਹੋਏ ਮਤ ਮੰਦ ਇਸ ਤਰ੍ਹਾਂ ਤੁਰਕ ਬੜੇ ਦੁਖੀ ਹੋਏ ਹਮਰੋ ਭਇਓ ਇਮਾਨ ਨਿਕੰਦ ਤੇ ਇਹੀ ਕਹਿੰਦੇ ਅੱਜ ਤੇ ਸਾਡਾ ਈਮਾਨ ਖਤਮ ਹੋ ਗਿਆ, ਅੱਜ ਤਾਂ ਸਾਡਾ ਧਰਮ ਭ੍ਰਿਸ਼ਟ ਹੋ ਗਿਆ। ਇਦਾਂ ਗੱਲਾਂ ਕਰਦੇ। ਸੋ ਸਾਧ ਸੰਗਤ ਜੀ, ਇਹਨਾਂ ਨੂੰ ਕੀਤੀ ਦਾ ਫਲ ਮਿਲਿਆ। ਕਿਵੇਂ ਗੁਰੂ ਸਾਹਿਬ ਨੂੰ ਆਪਣੀ ਈਨ ਮਨਾਉਣ ਦੇ ਲਈ ਬਾਰ-ਬਾਰ ਯਤਨ ਕਰੀ ਜਾਣਗੇ, ਆਪਣੀਆਂ ਆਦਤਾਂ ਤੋਂ ਟਲਣਗੇ ਨਹੀਂ। ਅਖੀਰ ਸਤਿਗੁਰੂ ਜੀ 11 ਨਵੰਬਰ 1675 ਨੂੰ ਸ਼ਹੀਦੀ ਪਾਣਗੇ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਾਥ ਅਗੰਮ ਪੂਰਨ, ਮੋਹਿ ਮਾਇਆ ਤਹਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹੈ ਨਾਨਕ